ਧੰਨ ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕਉ, ਤੂੰ ਠਾਕੁਰ ਊਚ ਭਗਵਾਨਾ। ਧੰਨ ਵਾਹਿਗੁਰੂ ਸਾਹਿਬ ਜੀ। ਸੋਰਠ ਮਹਿਲਾ ਪੰਜਵਾ। ਗੁਰਪੂਰਾ ਭੇਟਿਓ ਵੱਡ ਭਾਗੀ, ਮਨ ਹੈ ਭਇਆ ਪਰਗਾਸਾ। ਕੋਏ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਆਪਣੇ ਸਤਿਗੁਰ ਕੈ ਬਲਿਹਾਰੈ, ਆਗੈ ਸੁਖ ਪਾਸ਼ੈ ਸੁਖ ਸਹਜਾ। ਘਰ ਆਨੰਦ ਹਮਾਰਾ ਰਹਾਉ, ਅੰਤਰ ਜਾਮੀ ਕਰਨੈ ਹਾਰਾ। ਸੋਈ ਖਸਮ ਹਮਾਰਾ, ਨਿਰਭਉ ਭਏ ਗੁਰ ਚਰਨੀ ਲਾਗੇ। ਇਕ ਰਾਮ ਨਾਮ ਆਧਾਰਾ, ਸਫਲ ਦਰਸ਼ਨ ਆਕਾਲ ਮੂਰਤ। ਪ੍ਰਭ ਹੈ ਵੀ ਹੋਵਣ ਹਾਰਾ, ਕੰਠ ਲਗਾਏ ਆਪਣੇ ਜਨ ਰਾਖੇ। ਆਪਣੀ ਪ੍ਰੀਤ ਪਿਆਰਾ, ਵੱਡੀ ਵਡਿਆਈ ਆਚਰਜ ਸ਼ੋਭਾ। ਕਾਰਜ ਆਇਆ ਰਸੇ, ਨਾਨਕ ਕਉ ਗੁਰ ਪੂਰਾ ਭੇਟਿਓ। ਸਗਲੇ ਦੁਖ ਬਿਨਾਸੇ, ਵੱਡੀ ਵਡਿਆਈ ਆਚਰਜ ਸ਼ੋਭਾ। ਕਾਰਜ ਆਇਆ ਰਸੇ, ਨਾਨਕ ਕਉ ਗੁਰ ਪੂਰਾ ਭੇਟਿਓ। ਸਗਲੇ ਦੁਖ ਬਿਨਾਸੇ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਅੱਜ ਦਾ ਜੋ ਸਾਧ ਸੰਗਤ ਜੀ ਅਸੀਂ ਦਿਹਾੜਾ ਮਨਾ ਰਹੇ ਹਾਂ, ਬੰਦੀ ਛੋੜ ਦਿਵਸ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋਣਾ, ਕਈ ਰਾਜਿਆਂ ਨੂੰ ਨਾਲ ਲੈ ਕੇ। ਤੇ ਮੰਨਿਆ ਜਾਂਦਾ ਹੈ ਕਿ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਤੇ ਸਿੱਖਾਂ ਨੇ ਸ਼ਰਧਾ ਭਾਵਨਾ ਸਤਿਕਾਰ ਦੇ ਲਈ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਰਿਹਾ ਹੋਣ ਤੇ ਦੀਪਮਾਲਾ ਕੀਤੀ ਗਈ। ਸਤਿਗੁਰੂ ਮਹਾਰਾਜ ਜੀ ਦੀ ਸ਼ਬਦਾਂ ਦੇ ਨਾਲ ਵਡਿਆਈ ਕੀਤੀ ਗਈ, ਇਹ ਮੰਨਿਆ ਜਾਂਦਾ ਹੈ। ਆਓ ਸਾਧ ਸੰਗਤ, ਸਤਿਗੁਰੂ ਕਿਰਪਾ ਕਰਨ ਆਪਾਂ ਗੁਰੂ ਦੀ ਵਡਿਆਈ ਦੇ ਵਿੱਚ ਜੁੜੇ ਹਾਂ ਤੇ ਗੁਰੂ ਦੀ ਹੀ ਵਡਿਆਈ ਹੋਣੀ ਚਾਹੀਦੀ ਹੈ। ਭਾਵੇਂ ਅਸੀਂ ਇਸ ਦਿਨ ਨੂੰ ਨਾਲ ਦੀਵਾਲੀ ਸ਼ਬਦ ਵੀ ਵਰਤਦੇ ਹਾਂ, ਦੀਪਵਾਲੀ ਭਾਵ ਕਿ ਦੀਵਿਆਂ ਦੀ ਰਾਤ, ਦੀਵਿਆਂ ਦਾ ਉਹ ਦਿਨ ਜਿਹੜਾ ਮਨਾਇਆ ਜਾਂਦਾ ਹੈ ਤੇ ਲੋਕੀ ਜਗਾਉਂਦੇ ਨੇ। ਕੋਸ਼ਿਸ਼ ਕਰਾਂਗੇ ਆਪਾਂ ਇਸ ਗੱਲ ਨੂੰ ਵੀ ਖੋਲ੍ਹਣ ਦਾ, ਜਿਵੇਂ ਗੁਰੂ ਸਾਹਿਬ ਨੇ ਕਿਰਪਾ ਕੀਤੀ। ਜਿਤਨੇ ਵੀ ਮਾਈ ਭਾਈ ਤੁਸੀਂ ਗੁਰੂ ਚਰਨਾਂ 'ਚ ਬੈਠੇ ਹੋ, ਬੜੇ ਪਿਆਰ ਨਾਲ ਆਪ ਜੀ ਨੇ ਸਤਿਗੁਰਾਂ ਦੀ ਇਲਾਹੀ ਬਾਣੀ ਦਾ ਕੀਰਤਨ, ਗੁਰੂ ਘਰ ਦੇ ਕੀਰਤਨੀਏ ਸਤਿਕਾਰਯੋਗ ਭਾਈ ਦਲਬੀਰ ਸਿੰਘ ਜੀ ਦੇ ਰਾਗੀ ਜਥੇ ਪਾਸੋਂ ਸਰਵਣ ਕੀਤਾ ਹੈ। ਕਰੋ ਕਿਰਪਾ ਸਾਧ ਸੰਗਤ ਜੀ, ਅਸੀਸ ਬਖਸ਼ੋ ਤੇ ਪਿਆਰ ਸਹਿਤ ਸਾਰੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੀ ਵਡਿਆਈ ਲਈ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਗੁਰੂ ਦੇ ਸ਼ਬਦ ਨੂੰ ਆਧਾਰ ਬਣਾ ਕੇ ਹੀ ਸਤਿਗੁਰੂ ਮਹਾਰਾਜ ਜੀ ਦੇ ਇਤਿਹਾਸ ਨਾਲ ਜੁੜਾਂਗੇ। ਜੋ ਸ਼ਬਦ ਸਾਧ ਸੰਗਤ ਜੀ ਮੈਂ ਆਪ ਜੀ ਨਾਲ ਸਾਂਝਾ ਕਰਨ ਜਾ ਰਿਹਾ ਹਾਂ, ਇਹ ਸੋਰਠ ਰਾਗ ਦਾ ਸ਼ਬਦ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ ਇਹ ਸ਼ਬਦ ਦੇ ਅੰਦਰ ਗੁਰੂ ਦੀ ਵਡਿਆਈ, ਗੁਰੂ ਦੀ ਉਪਮਾ, ਗੁਰੂ ਦੇ ਗੁਣ ਕੀ ਕੀ ਹਨ,
ਮੇਰੇ ਸਾਹਿਬ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਬੜੇ ਸੋਹਣੇ ਢੰਗ ਨਾਲ ਬਿਆਨ ਕੀਤੇ ਨੇ। ਸਤਿਗੁਰੂ ਜੀ ਕਿਰਪਾ ਕਰਦੇ ਨੇ ਰਹਾਉ ਵਾਲੀ ਤੁਕ ਦੇ ਅੰਦਰ, ਰਹਾਉ ਵਾਲੀ ਭਗਤੀ ਦੇ ਅੰਦਰ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਗੁਰੂ ਪਰਮੇਸ਼ਰ ਜਿਹੜਾ ਹੈ ਉਹਦੀ ਵਡਿਆਈ ਕਰਦਿਆਂ ਮੇਰੇ ਸਾਹਿਬ ਨੇ ਕਿਰਪਾ ਕੀਤੀ। ਕਹਿਣ ਲੱਗੇ ਗੁਰ ਪੂਰਾ ਭੇਟਿਓ ਵੱਡ ਭਾਗੀ ਮਨੈ ਭਇਆ ਪਰਗਾਸਾ, ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ, ਆਪਣੇ ਸਤਿਗੁਰ ਕੈ ਬਲਿਹਾਰੈ। ਇਹ ਹੈ ਰਹਾਉ ਵਾਲੀਆਂ ਤੁਕਾਂ। ਆਪਣੇ ਸਤਿਗੁਰ ਕੈ ਬਲਿਹਾਰੈ ਆਗੈ ਸੁਖ, ਪਾਸ਼ੈ ਸੁਖ ਸਹਿਜਾ ਘਰ ਆਨੰਦ ਹਮਾਰੈ। ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਨੇ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਜਿਨੇ ਮੇਰੇ ਜੀਵਨ ਦੇ ਅੰਦਰ ਸੁਖ ਬਣਾ ਦਿੱਤਾ, ਆਨੰਦ ਬਣਾ ਦਿੱਤਾ ਹੈ, ਖੁਸ਼ੀਆਂ ਤੇ ਖੇੜੇ ਬਣਾ ਦਿੱਤੇ ਨੇ। ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਜੇ ਮਨੁੱਖ ਨੇ ਆਪਣੇ ਅੰਦਰ ਖੁਸ਼ੀਆਂ ਖੇੜੇ ਪੈਦਾ ਕਰਨੇ ਨੇ, ਜੇ ਮਨੁੱਖ ਨੇ ਆਪਣੇ ਅੰਦਰੋਂ ਹਨੇਰਾ ਬਾਹਰ ਕੱਢ ਕੇ ਤੇ ਗਿਆਨ ਦਾ ਪ੍ਰਕਾਸ਼ ਕਰਨਾ ਹੈ, ਉਹ ਕੇਵਲ ਗੁਰੂ ਦੇ ਰਾਹੀਂ ਹੀ ਹੋ ਸਕਦਾ ਹੈ। ਸਤਿਗੁਰੂ ਮਹਾਰਾਜ ਜੀ ਦੇ ਬੜੇ ਪਿਆਰੇ ਬਚਨ ਜਦੋਂ ਅਸੀਂ ਆਸਾ ਦੀ ਵਾਰ ਦਾ ਕੀਰਤਨ ਕਰਦੇ ਜਾਂ ਸੁਣਦੇ ਹਾਂ, ਉਹਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਪਹਿਲਾ ਸ਼ਲੋਕ ਤੇ ਦੂਜਾ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ। ਪਹਿਲੇ ਸ਼ਲੋਕ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਜੇ ਸੋ ਚੰਦਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਬਲਿਹਾਰੀ ਗੁਰ ਆਪਣੇ। ਪਹਿਲੇ ਵਿੱਚ ਕਿਵੇਂ ਗੁਰੂ ਦੀ ਵਡਿਆਈ ਕੀਤੀ, ਮੈਂ ਆਪਣੇ ਗੁਰੂ ਤੋਂ ਬਲਿਹਾਰ ਤੇ ਕੁਰਬਾਨ ਜਾਂਦਾ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ। ਜਿਸ ਗੁਰੂ ਪਰਮਾਤਮਾ ਪਰਮੇਸ਼ਰ ਨੇ ਆਮ ਮਨੁੱਖਾਂ ਤੋਂ ਉੱਚੇ ਜੀਵਨ ਵਾਲੇ ਬਣਾ ਦਿੱਤਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰੂ ਨੂੰ ਇਹ ਕੁਝ ਕਰਨ ਲੱਗਿਆ ਦੇਰੀ ਨਾ ਲੱਗੀ। ਉਹਦਾ ਅਗਲਾ ਸ਼ਲੋਕ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਹੈ। ਸਾਹਿਬ ਜੀ ਕਹਿੰਦੇ ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇੰਨਾ ਚਾਨਣ ਹੋਣ ਤੋਂ ਬਿਨਾ ਵੀ ਗੁਰੂ ਤੋਂ ਬਿਨਾ ਹਨੇਰਾ ਹੀ ਹਨੇਰਾ ਹੈ। ਸਾਧ ਸੰਗਤ ਜੀ, ਇਹ ਦਿਨ ਵੀ ਜਿਹੜਾ ਮੱਸਿਆ ਦੀ ਰਾਤ, ਕਾਲੀ ਬੋਲੀ ਰਾਤ ਹੈ, ਇਸ ਕਾਲੀ ਰਾਤ ਨੂੰ ਬਾਹਰੀ ਤੌਰ ਤੇ ਜਗਾਇਆ ਹੋਇਆ ਦੀਵਾ ਇਸ ਗੱਲ ਦਾ ਪ੍ਰਤੀਕ ਹੈ ਕਿ ਹਨੇਰਾ ਮਨੁੱਖ ਨਹੀਂ ਚਾਹੁੰਦਾ। ਇਹ ਗੱਲ ਦਾ ਪ੍ਰਤੀਕ ਹੈ। ਮਨੁੱਖ ਹਨੇਰਾ ਨਹੀਂ ਚਾਹੁੰਦਾ। ਮਨੁੱਖ ਨੇ ਪ੍ਰਕਾਸ਼ ਵਾਸਤੇ, ਰੌਸ਼ਨੀ ਵਾਸਤੇ, ਚਾਨਣ ਵਾਸਤੇ ਦਾ ਪ੍ਰਬੰਧ ਕੀਤਾ ਕਿ ਦੀਵੇ ਇਸ, ਕਿਉਂਕਿ ਜਿਹੜਾ ਮੱਸਿਆ ਦੀ ਰਾਤ ਹੁੰਦੀ ਹੈ ਨਾ, ਇਹ ਐਸਾ ਘੁੱਪ ਹਨੇਰਾ ਹੁੰਦਾ ਹੈ ਜਿੱਥੇ ਕੁਝ ਵੀ ਬੰਦੇ ਨੂੰ ਕੁਝ ਸਮਝ ਨਹੀਂ ਆਉਂਦਾ ਦਿਸਦਾ। ਅੱਜ ਦੇ ਸਮਿਆਂ ਵਿੱਚ ਤਾਂ ਸਾਰੇ ਬੰਨੇ ਆਪਾਂ ਕਵਾਂਗੇ ਵੀ ਲਾਈਟਾਂ ਸੜਕਾਂ ਤੇ ਵੀ ਲੱਗੀਆਂ ਹੋਈਆਂ, ਸਾਡੀਆਂ ਗੱਡੀਆਂ ਮੋਟਰਾਂ ਤੇ ਵੀ, ਹਰ ਬੰਨੇ ਸਾਧਨ ਨੇ, ਘਰਾਂ ਵਿੱਚ ਵੀ। ਪਰ ਜਦੋਂ ਅਸੀਂ ਪੁਰਾਤਨ ਗੱਲ ਨੂੰ ਲੈ ਕੇ ਤੁਰਾਂਗੇ ਤੇ ਇਸ ਦਿਨ ਦੇ ਉੱਤੇ ਦੀਵੇ ਜਗਾਉਣ, ਭਾਵੇਂ ਕਿ ਵਿਦਵਾਨ ਇਸ ਗੱਲ ਦੇ ਨਾਲ ਵੱਖ-ਵੱਖ ਉਹਨਾਂ ਦੀ ਵਿਚਾਰ ਹੈ, ਕੋਈ ਵਿਦਵਾਨ ਇਸ ਸਿੱਟੇ ਤੇ ਨਹੀਂ ਪਹੁੰਚ ਸਕਿਆ ਕਿ ਦੀਵਾਲੀ ਸ਼ੁਰੂ ਕਦੋਂ ਹੋਈ ਹੈ। ਠੀਕ ਹੈ, ਰਾਮਚੰਦਰ ਨਾਲ ਗੱਲ ਜੁੜੀ ਹੋਈ ਹੈ, ਪਰ ਵਿਦਵਾਨ ਇਹ ਕਹਿੰਦੇ ਹੈ ਉਹ ਦਿਨ ਮੰਨਿਆ ਜਾਂਦਾ ਵੀ ਦੀਵਾਲੀ ਦਾ ਸੀ, ਨਾ ਕਿ ਉਸ ਦਿਨ ਤੇ ਸ਼ੁਰੂ ਹੋਈ ਹੈ। ਇਹਦਾ ਮਤਲਬ ਵੀ ਉਸ ਤੋਂ ਪਹਿਲਾਂ ਵੀ ਲੋਕ ਇਹ ਦੀਵੇ ਜਗਾਉਂਦੇ ਸਨ। ਮੈਂ ਜਿਹੜੀ ਬੇਨਤੀ ਕਰਨੀ, ਆਪਾਂ ਗੁਰੂ ਗ੍ਰੰਥ ਸਾਹਿਬ ਤੇ ਸ਼ਬਦ ਗੁਰੂ ਦੀ ਰੌਸ਼ਨੀ ਵਿੱਚ ਦੇਖਣਾ ਹੈ ਕਿ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਇਸ ਦਿਨ ਦੇ ਉੱਤੇ ਸਿੱਖਿਆ ਕੀ ਦਿੱਤੀ ਹੈ। ਮੇਰੇ ਸਾਹਿਬ ਕਹਿੰਦੇ ਜੇ ਤੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਹਨੇਰਾ ਕੱਢਣਾ ਚਾਹੁੰਦਾ ਹੈ, ਉਹ ਹਨੇਰਾ ਗੁਰੂ ਕੀ ਬਾਣੀ ਨਾਲ ਨਿਕਲ ਸਕਦਾ, ਜਿਹਨੂੰ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਜੇ ਸੂਰਜ ਤੇ ਚੰਦਰਮਾ ਕਿੰਨੇ ਵੀ ਚੜ ਜਾਣ, ਪਰ ਅੰਦਰ ਦਾ ਹਨੇਰਾ ਇਹਨਾਂ ਚੜ੍ਹਨ ਦੇ ਨਾਲ ਨਹੀਂ ਹੋਣਾ ਦੂਰ। ਉਹਤੇ ਪ੍ਰਕਾਸ਼ ਤਾਂ ਕੇਵਲ ਗੁਰੂ ਕਰ ਸਕਦਾ। ਬੜੇ ਪਿਆਰੇ ਸ਼ਬਦ ਨੇ, ਗੁਰ ਕਾ ਸ਼ਬਦ ਉਜਾਰੋ ਦੀਪਾ। ਗੁਰੂ ਦਾ ਸ਼ਬਦ ਇੱਕ ਜਗਦਾ ਹੋਇਆ ਦੀਵੇ ਦੀ ਤਰ੍ਹਾਂ ਹੈ। ਬਿਨ ਸਿਓ ਅੰਧਕਾਰ ਤਹਿ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਸਤਿਗੁਰੂ ਮਹਾਰਾਜ ਕਹਿੰਦੇ ਤੇਰੇ ਅੰਦਰ ਪਰਮਾਤਮਾ ਵਾਹਿਗੁਰੂ ਰਤਨਾਂ ਦੀ ਕੋਠੜੀ ਹੈ, ਜਿਹਦੇ ਵਿੱਚ ਪਰਮਾਤਮਾ ਵਾਹਿਗੁਰੂ ਨੇ ਰੱਬੀ ਗੁਣ ਰੱਖੇ ਨੇ। ਇਹਨਾਂ ਗੁਣਾਂ ਨੂੰ ਜਾਣਨ ਲਈ ਤੈਨੂੰ ਗੁਰੂ ਕੋਲੇ ਆਉਣਾ ਪਏਗਾ। ਭੱਟ ਸਾਹਿਬਾਨਾਂ ਦੇ ਬੜੇ ਪਿਆਰੇ ਬੋਲ ਨੇ, ਉਹ ਕਹਿੰਦੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਅੰਦਰ ਅਗਿਆਨਤਾ ਹੀ ਅਗਿਆਨਤਾ ਬਣੀ ਪਈ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸੁਪਨ, ਅਗਨ ਕਟਹਿ ਸਭ ਤੇਰੇ। ਗੁਰ ਨੈਣ ਬੈਨ, ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹੈ। ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਤੇ ਅਕਿਆਥ ਸੰਸਾਰ ਮੈਂ। ਭੱਟ ਸਾਹਿਬਾਨ ਕਹਿੰਦੇ ਭਈ ਜਿਹੜਾ ਗੁਰੂ ਨਾਲ ਨਹੀਂ ਜੁੜਿਆ ਉਹਦਾ ਤੇ ਜੀਵਨ ਹੀ ਵਿਅਰਥ ਹੈ। ਉਹ ਆਇਆ ਹੀ ਸੰਸਾਰ ਤੇ ਕਿਉਂ ਹੈ? ਜਿਹਨੇ ਗੁਰੂ ਨਾਲ ਜੁੜ ਕੇ ਆਪਣੇ ਅੰਦਰ ਪ੍ਰਕਾਸ਼ ਨਹੀਂ ਕੀਤਾ, ਜਿਹਨੂੰ ਸੋਝੀ ਸਮਝ ਨਹੀਂ ਆਈ।
मैं जी बेनती कर रहा, आप शब्द नूं आधार बनाया है अपने सतगुर कै बलिहार है। मैं अपने सतगुरु तो बलिहार ते कुर्बान जाता हाँ। आगे सुख मेरी जिंदगी में सुख पैदा करने वाला केवल मेरा गुरु है। आगे सुख पाशा सुख सहजा, तेरी जिंदगी दे विच गुरु हर समय ते आउण वाला समा ते बीत चुकिया समय दे विच जे आनंद बनाएगा ते केवल गुरु बनाएगा। आगे सुख पाशा सुख सहजा, सहज का मतलब साध संगत जी आत्म का डोलता घर आनंद हमारा है। गुरु ने मेरे घर दे विच आनंद खुशियां ते खेड़े बना दिते। आओ नाल नाल आपां इतिहास नूं भी बचना है, शब्द नूं आपां आधार बनाया भी अपने गुरु तो बलिहार। साध संगत जी इस दिन नूं असीं याद करदे हां बंदी छोड़ दिवस दे नाल। भावें विद्वानां दे चलो इत्थे भी बड़े मत ने अलग अलग, पर मैं उन्हां वख-वख मतां दे नाल नहीं जो प्रचलित है आपां उस गल नूं लै लैने आ। क्योंकि साध संगत जी वेखो जे आपां इहनूं रद्द भी करी चलांगे तां इह दिन जिहड़ा इह ਜਦੋਂ ਤੋਂ ਸਿੱਖ ਜਗਤ 'ਚ ਮਨਾਉਂਦੇ ਆਏ ਆ ਮਨਾਉਂਦਿਆਂ ਰਹਿਣਾ ਹੈ। ਆਪਣੇ ਰੱਦ ਕਰਨ ਦੇ ਨਾਲ ਇਹਨੂੰ ਮਨਾਉਣਾ ਤੇ ਕਿਸੇ ਹਟਣਾ ਨਹੀਂ ਹੈ। ਆਪਾਂ ਕਿਉਂ ਨਾ ਇਸ ਦਿਨ ਦੇ ਉੱਤੇ ਵਡਿਆਈ ਗੁਰੂ ਦੀ ਕਰੀਏ, ਸਿਫਤ ਗੁਰੂ ਦੀ ਕਰੀਏ। ਦਿਨ ਦੇ ਆਪਾਂ ਕਿਵੇਂ ਹੈ ਤੇ ਕਿਵੇਂ ਨਹੀਂ, ਆਪਾਂ ਉਸ ਚੱਕਰ ਵਿੱਚ ਨਾ ਪਈਏ। ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਦੀ ਸਾਧ ਸੰਗਤ ਜੀ ਗੱਲ ਚੱਲਦੀ ਹੈ। ਮੈਂ ਆਪ ਜੀ ਦਾ ਧਿਆਨ ਥੋੜਾ ਜਿਹਾ ਦਵਾ ਦਾਂ ਇਸ ਬੰਨੇ। ਅਸੀਂ ਜਦੋਂ ਗੁਰਮਤਿ ਦੀ ਰੌਸ਼ਨੀ ਵਿੱਚ ਵੇਖਾਂਗੇ ਉਦੋਂ ਇੱਕ ਗੱਲ ਦੀ ਸਮਝ ਲੱਗੇਗੀ ਕਿ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਗਵਾਲੀਅਰ ਕਿਲੇ ਵਿੱਚ ਕੈਦ ਕਰਨ ਦੇ ਕਾਰਨ ਕੀ ਸਨ। ਅਸੀਂ ਉਸ ਚੀਜ਼ ਨੂੰ ਵੇਖਣਾ ਹੈ, ਕਿਉਂਕਿ ਕਹਾਣੀਕਾਰਾਂ ਨੇ ਕਹਾਣੀ ਬੜੀ ਗਲਤ ਬਣਾਈ ਹੋਈ ਹੈ। ਉੱਥੇ ਉਹ ਕਹਾਣੀ ਇਸ ਤਰ੍ਹਾਂ ਲੱਗਦੀ ਹੈ ਕਿ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਰਾਜੇ ਦੀ ਸਿਹਤ ਜਾਬੀ ਵਾਸਤੇ, ਰਾਜੇ ਦੀ ਤੰਦਰੁਸਤੀ ਵਾਸਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਜਾਪ ਕਰਨ ਗਏ। ਪ੍ਰਚਲਿਤ ਕਹਾਣੀ ਇਹ ਸਾਡੇ ਵਿੱਚ ਪਾ ਦਿੱਤੀ ਗਈ। क्यों क्या महाराज जेड़ा बादशाह ने कहा जी मेरे ते 60 सती बड़ी वड्डी आ गई, तुसी टाल सकते हो, मेरे वास्ते जप करो, मेरे वास्ते बंदगी करो, पर करो किथे? ग्वालियर दे किले में। शायद आप जी नूं याद होवे मैं पिछले साल भी एक बेनती कीती सी इसे दिन दे उत्ते, मैं दोहरान लग्या उस गल नूं। मैं पिछले साल भी कहा सी भी जे ये गल वेखो सागीकार अपने आप ही फड़िया जाता है, सानू कहण दी लोड़ नहीं पैंदी। सागीकार झूठी कहानी बनाओ ना, वो झूठी कहानी वाला अपने आप ही पकड़िया जाता है। कहानी वेखो ये बनाई हुई कि जो क्या महाराज राजे उत्ते 60 सती आ गई, उन्हें क्या महाराज मेरे वास्ते आओ ते तप करो, बंदगी करो, मेरी 60 सती टल जाए। मैं पिछले साल बेनती की थी, कोई बंदा सिर्फ समझण वास्ते मेरी गल तुहानू सब नू पकड़ च आ जाएगी। कोई बंदा ये कहंदा जी मेरे वास्ते अरदास करो, मैं सौखा शब्द कह लग्या। कोई आउंदा गुरु घर कहंदा जी मेरे वास्ते अरदास करो, जां साडे घर च मुसीबत है, दुख है, तकलीफ है, असी दुखों के मारे पे हैं ते भाई साहब कृपा करियो जे घरे आयो ते बाणी दा पाठ करियो जे। कोई आके कवे चलो कवे सुखमनी साहब करियो जा सहज पाठ करियो जा खंड पाठ करियो, वो कवे ते अपने घरे सदन दी बजाय वो ये कवे कि भाई साहब मैं दुखों में घिरिया होया, मुसीबतों च घिरिया होया, मेरा शरीरक दुख है, परिवार दुखी है, ते भाई साहब मेरे वास्ते पाठ करियो पर जेल च जाके करियो जी। गल समझ आ गई कि नहीं? भला भी मेरे वास्ते पाठ करियो, अरदास करियो, करियो जेल च जाके। भी ये की गल हुई? पाठ तो किसी अपने वास्ते जे कराउणा ते घरे सगों बड़ा सोहना गलीचा विछाएगा, बड़ी सोहनी सेवा करेगा, आओ भगत करेगा कि मेरे दुखों वास्ते तुसी अरदास करनी, उन्हें आओ भगत करनी कि जेल च बिठा के उन्हें पाठ कराउणा। शायद आप जी की गल पकड़ में आ गई होगी जो मैं कहन जा रहा। ਇਹਦਾ मतलब कहानीकार पकड़िया गया इस गल तो कि बादशाह जहांगीर की जे तंदुरुस्ती वास्ते उन्हें जाप कराने सी जां सिमरन कराउणा सी ते उन्हें अपने महलों में गुरु साहब नूं अपने घरे सद के सत्कार दे नाल उत्थे पाठ कराउणा सी कि उस ग्वालियर के किले में जिथे जहर दे के मारे जाते राजे उत्थे कराउणा सी। सो गल बड़ी समझ में आ जाती है कि गुरु हरगोबिंद महाराज जी नूं ग्वालियर के किले में कैद किया गया है। क्यों किया गया उसका कारण समझिए। गुरु अर्जन देव महाराज जी की शहादत तो बाद सतगुरु गुरु हरगोबिंद महाराज जी तख्त की सिरजना करते हैं। मेरे साहब 2 तलवारां पहनते हैं, सतगुरु महाराज जी घोड़े रखते हैं, फौज तैयार करते हैं, कलगी लाते हैं। धन गुरु हरगोबिंद सच्चे पातशाह महाराज जी ये गल बादशाह नूं भाउंदी नहीं, हकूमत नूं कदी ये गल प्रवान नहीं हुंदी कि उन्हां दे बराबर ते कोई उठ खड़ा होवे। जे अज दे समय विच भी वेखोगे ते हालात उही ने। अज पंजाब नूं जिस तरीके दे नाल दलिया जा रहा, मलिया जा रहा, जो पंजाब नूं जिवें वो लोग चाहुंदे असीं कर देना, ज़्यादा कि होना नहीं, पर उन्हां लोकां दी सोच तां है ना भी असीं उठण नहीं देणे सिख।
ਭਾਵੇਂ ਆਰਥਿਕ ਤੌਰ ਤੇ ਮਾਰੀਏ ਤੇ ਭਾਵੇਂ ਸਰੀਰਕ ਤੌਰ ਤੇ ਮਾਰੀਏ, ਇਹਨਾਂ ਨੂੰ ਮਾਰਨਾ ਕੌਮ ਉੱਠਣ ਨਹੀਂ ਦੇਣੀ। ਅੱਜ ਵੀ ਤਾਂ ਉਹੀ ਕੁਝ ਹੋ ਰਿਹਾ ਨਾ ਸਾਡੇ ਨਾਲ ਪੰਜਾਬ ਦੀ ਧਰਤੀ ਉੱਤੇ। ਤਾਂ ਗੱਲ ਸਮਝ ਵਿੱਚ ਆਉਂਦੀ ਹੈ, ਗੁਰੂ ਹਰਗੋਬਿੰਦ ਮਹਾਰਾਜ ਜੀ ਤਖਤ ਦੀ ਸਿਰਜਣਾ ਕਰਦੇ ਹੈ, ਮੇਰੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਘੋੜੇ ਰੱਖਦੇ ਹੈ, ਬਾਬਾ ਵਿਧੀ ਚੰਦ ਜੀ ਸੁਰ ਸਿੰਘ ਤੋਂ ਸਤਿਗੁਰੂ ਹਰਗੋਬਿੰਦ ਮਹਾਰਾਜ ਜੀ ਵਾਸਤੇ 500 ਨੌਜਵਾਨ ਲੈ ਕੇ ਆਉਂਦੇ ਆ, ਜਿਹੜੇ ਸਤਿਗੁਰੂ ਦੀ ਫੌਜ ਵਿੱਚ ਭਰਤੀ ਹੁੰਦੇ ਆ, ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਫੌਜ ਵਿੱਚ। ਤੇ ਸੁਰ ਸਿੰਘ ਪਿੰਡ ਦਾ ਨੱਥਾ ਤੇ ਅਬਦੁੱਲਾ ਤੋਂ ਢਾਡੀ ਭਰਾ ਵੀ ਆਉਂਦੇ ਆ। ਸਤਿਗੁਰੂ ਦਾ ਤਖਤ ਵੇਖਿਆ, ਕਲਗੀ ਲੱਗੀ ਵੇਖੀ, ਸਤਿਗੁਰੂ ਮਹਾਰਾਜ ਜੀ ਦੇ 2 ਤਲਵਾਰਾਂ ਪਹਿਨੀਆਂ ਦੇਖੀਆਂ। ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਵੱਲੇ ਵੇਖ ਕੇ ਨੱਥਾ ਤੇ ਅਬਦੁੱਲਾ ਢਾਡੀ ਤੋਂ ਰਿਹਾ ਨਾ ਗਿਆ। ਉਹਨਾਂ ਮੇਰੇ ਸਾਹਿਬ ਦੀ ਸਿਫਤ ਕੀਤੀ ਤੇ ਗੱਲ ਬੜੀ ਸਮਝ ਵਾਲੀ ਜੇ। ਜਦੋਂ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਸਿਫਤ ਕੀਤੀ ਤੇ ਮੌਕੇ ਦੇ ਬਾਦਸ਼ਾਹ ਨੂੰ ਚੈਲੰਜ ਕੀਤਾ ਹੈ। ਧਿਆਨ ਦਿਓ ਜੀ, ਜਦੋਂ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਵਡਿਆਈ ਕਰਦੇ, ਮਰਿਆ ਹੋਇਆ ਬਾਦਸ਼ਾਹ ਦੀ ਗੱਲ ਨਹੀਂ, ਜਿਉਂਦਾ ਬਾਦਸ਼ਾਹ ਤਖਤ ਤੇ ਬੈਠਾ ਹੈ, ਚੈਲੰਜ ਉਹਨੂੰ ਕਰਦੇ ਨੇ। ਕਿਹੜਾ ਬੰਦਾ ਜਿਹੜਾ ਬਰਦਾਸ਼ਤ ਕਰ ਲਏਗਾ ਜਦੋਂ ਇਹ ਸ਼ਬਦ ਵਰਤੇ ਕਿ 2 ਤਲਵਾਰਾਂ ਪਹਿਨੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਾ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਸਿਫਤ ਵਿੱਚ ਉਹ ਕਹਿੰਦੇ ਨੇ, ਮਹਾਰਾਜ ਹੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ, ਤੁਸੀਂ 2 ਤਲਵਾਰਾਂ ਪਹਿਨੀਆਂ, ਮੀਰੀ ਪੀਰੀ ਦੀਆਂ ਕਿਰਪਾਨਾਂ ਤੁਸੀਂ ਪਹਿਨੀਆਂ ਹੋਈਆਂ ਨੇ। ਅਖੀਰਲੀ ਤੁਕ ਵਿੱਚ ਜਦੋਂ ਉਹਨਾਂ ਨੇ ਸਮਾਪਤੀ ਕੀਤੀ ਤੇ ਸ਼ਬਦ ਪਤਾ ਕੀ ਵਰਤਿਆ? ਕਹਿਣ ਲੱਗੇ, ਪੱਗ ਤੇਰੀ ਕੀ ਜਹਾਂਗੀਰ ਦੀ। ਮਰੇ ਦੀ ਗੱਲ ਨਹੀਂ ਕੀਤੀ ਵੀ ਪਹਿਲਾਂ ਹੋ ਚੁੱਕਿਆਂ ਦੀ। ਹੁਣ ਜਹਾਂਗੀਰ ਬਾਦਸ਼ਾਹ ਮੌਕੇ ਦਾ ਬਾਦਸ਼ਾਹ ਹੈ, ਉਹਨੂੰ ਕਹਿੰਦੇ ਮਹਾਰਾਜ ਤੁਹਾਡੀ ਪੱਗ ਦੇ ਸਾਹਮਣੇ ਕੀ ਹੈ ਜਹਾਂਗੀਰ ਦੀ ਪੱਗ। ਤੋਂ ਪੱਗ ਦਾ ਮਤਲਬ ਇੱਥੇ ਇਹ ਨਹੀਂ ਕਿ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਦਸਤਾਰ ਦੇ ਉੱਤੇ ਹੀਰੇ ਲੱਗੇ ਆ, ਮੋਤੀ ਲੱਗੇ ਆ, ਤੇ ਬਾਦਸ਼ਾਹ ਜਹਾਂਗੀਰ ਦੀ ਪੱਗ ਦੇ ਉੱਤੇ ਕੋਈ ਹੀਰਾ ਮੋਤੀ ਨਹੀਂ ਹੈ। ਹੋ ਸਕਦਾ ਕੀਮਤ ਦੇ ਵਿੱਚ ਜੇ ਦੇਖੋਗੇ ਤੇ ਹੋ ਸਕਦਾ ਬਾਦਸ਼ਾਹ ਜਹਾਂਗੀਰ ਦੀ ਪੱਗ ਜਿਹੜੀ ਹੋਵੇ ਉਹਨੂੰ ਹੀਰੇ ਮੋਤੀ ਰਤਨ ਜਵਾਹਰ ਆਦਿਕ ਲੱਗੇ ਹੋਣ, ਜੇ ਅਸੀਂ ਬਾਹਰੀ ਤੌਰ ਤੇ ਕੀਮਤ ਦੀ ਗੱਲ ਕਰੀਏ। ਪਰ ਇੱਥੇ ਮਤਲਬ ਹੈ ਮਹਾਰਾਜ ਤੁਹਾਡਾ ਸੱਚਾ ਤਖਤ ਹੈ, ਤੁਹਾਡੇ ਇਸ ਤਖਤ ਤੇ ਸੱਚ ਦਾ ਨਿਆਂ ਹੁੰਦਾ ਹੈ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਤੁਹਾਡੀ ਪੱਗ ਦੇ ਸਾਹਮਣੇ ਕੀ ਝੂਠੇ ਬਾਦਸ਼ਾਹ ਦੀ ਪੱਗ ਹੈ। ਅਸਲ ਵਿੱਚ ਇਹਦਾ ਮਤਲਬ ਇਹ ਹੈ, ਹੁਣ ਜਦੋਂ ਇਹ ਗੱਲ ਕੀ ਬਾਦਸ਼ਾਹ ਜਹਾਂਗੀਰ ਕੋਲੇ ਨਾ ਪਹੁੰਚੀ ਹੋਵੇਗੀ ਕਿ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਫੌਜ ਤਿਆਰ ਕੀਤੀ, ਉਹਦੀ ਸਿਫਤ ਵਿੱਚ ਢਾਡੀ ਇਹ ਕਹਿੰਦੇ ਆ ਕਿ ਤੁਹਾਡੀ ਪੱਗ ਦੇ ਸਾਹਮਣੇ ਕੀ ਹੈ ਪੱਗ ਜਹਾਂਗੀਰ ਦੀ। ਇਸ ਗੱਲ ਨੂੰ ਲੈ ਕੇ ਬਾਦਸ਼ਾਹ ਜਹਾਂਗੀਰ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਦਾ। ਸਾਧ ਸੰਗਤ ਜੀ, ਗਵਾਲੀਅਰ ਦਾ ਕਿਲਾ ਕਿਉਂ ਚੁਣਿਆ ਗਿਆ? ਕੋਈ ਹੋਰ ਜੇਲ੍ਹ, ਕੋਈ ਹੋਰ ਕਿਲਾ ਕਿਉਂ ਨਹੀਂ ਚੁਣਿਆ? ਵਿਦਵਾਨ ਇੱਥੇ ਗੱਲ ਕਹਿੰਦੇ ਨੇ, ਉਹ ਕਹਿੰਦੇ ਕਦੀ ਗਵਾਲੀਅਰ ਦੇ ਕਿਲੇ ਦਾ ਇਤਿਹਾਸ ਵੇਖੋ। ਗਵਾਲੀਅਰ ਦੇ ਕਿਲੇ ਵਿੱਚ ਉਹ ਬਾਦਸ਼ਾਹ ਡੱਕੇ ਜਾਂਦੇ ਆ ਜਿਹੜੇ ਬਾਦਸ਼ਾਹ ਬਾਗੀ ਨੇ। ਗਵਾਲੀਅਰ ਦੇ ਕਿਲੇ ਵਿੱਚ ਉਹ ਰਾਜੇ ਨੇ ਜਿਹੜੇ ਰਾਜੇ ਬਾਦਸ਼ਾਹ ਜਹਾਂਗੀਰ ਦੇ ਨਾਲ ਬਗਾਵਤ ਕਰਦੇ ਆ, ਜਿਨ੍ਹਾਂ ਤੇ ਬਾਦਸ਼ਾਹ ਜਹਾਂਗੀਰ ਨੇ ਹਮਲੇ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਉਹ ਰਾਜੇ ਕੈਦੀ ਕਰ ਲਏ ਸਨ, ਜਿਨ੍ਹਾਂ ਤੋਂ ਬਾਦਸ਼ਾਹ ਜਹਾਂਗੀਰ ਨੂੰ ਖਤਰਾ ਸੀ ਤੇ ਡਰ ਸੀ। ਹੁਣ ਜਿਨ੍ਹਾਂ ਤੋਂ ਖਤਰਾ ਸੀ ਤੇ ਡਰ ਸੀ, ਉਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ। ਗਵਾਲੀਅਰ ਦੇ ਕਿਲੇ ਬਾਰੇ ਇੱਕ ਗੱਲ ਪ੍ਰਚਲਿਤ ਸੀ, ਜਿਹੜਾ ਬੰਦਾ ਇਸ ਕਿਲੇ ਵਿੱਚ ਚਲਿਆ ਜਾਵੇ ਉਹ ਜਿਉਂਦਾ ਵਾਪਸ ਨਹੀਂ ਆਉਂਦਾ। ਜਦੋਂ ਅਸੀਂ ਅੱਜ ਦੇ ਸਮਿਆਂ 'ਚ ਕਹਿੰਦੇ ਆ ਕਿ ਪਹਿਲਾਂ ਅੱਜ ਤੋਂ ਕੁਝ ਸਮਾਂ ਪਹਿਲਾਂ ਕਹਿੰਦੇ ਸੀ ਕਾਲੇ ਪਾਣੀਆਂ ਨੂੰ ਭੇਜ ਦਿੱਤੇ। ਕਾਲੇ ਪਾਣੀਆਂ ਦਾ ਮਤਲਬ ਸੀ ਜਿਹੜਾ ਇੱਕ ਵਾਰ ਚਲਿਆ ਗਿਆ ਇੱਥੇ ਉਹ ਵਾਪਸ ਜਿਉਂਦਾ ਨਹੀਂ ਆਏਗਾ, ਉਹਦੀ ਮੌਤ ਹੀ ਅਵਸ਼ ਹੈ। ਗਵਾਲੀਅਰ ਦਾ ਕਿਲਾ ਕੀ ਹੈ? ਜਿੱਥੇ ਰਾਜਾ ਇੱਕ ਵਾਰ ਚਲਿਆ ਗਿਆ, ਕੈਦ ਕੀਤਾ ਗਿਆ, ਬੰਦੀ ਬਣਾਇਆ ਗਿਆ, ਪਹਿਲੀ ਗੱਲ ਇਹ ਵੀ ਉਹ ਜਿਉਂਦਾ ਵਾਪਸ ਨਹੀਂ ਆਏਗਾ। ਉਹਨੂੰ ਮਾਰਨ ਦਾ ਤਰੀਕਾ ਕੀ ਸੀ? ਉਹਨੂੰ ਮਾਰਨ ਦਾ ਤਰੀਕਾ ਇਹ ਨਹੀਂ ਵੀ ਇੱਕਦਮ ਉਹਦੀ ਧੌਣ ਲਾ ਦੇਣੀ ਜਾਂ ਉਹਨੂੰ ਫਾਂਸੀ ਦੇ ਦੇਣੀ, ਨਹੀਂ। ਉਹਨੂੰ ਮਾਰਨ ਦਾ ਤਰੀਕਾ ਇਹ ਸੀ ਵੀ ਜਿਹੜੇ ਉਸ ਟਾਈਮ ਉੱਥੇ ਲੋਕ ਸਨ ਜਿਹੜੇ ਰੋਟੀ ਖਾਣਾ ਤਿਆਰ ਕਰਦੇ ਸੀ, ਉਹਨੂੰ ਇੱਕ ਹਦਾਇਤ ਸੀ ਇਹਨਾਂ ਰਾਜਿਆਂ ਵਾਸਤੇ ਜਿਹੜਾ ਖਾਣਾ ਤਿਆਰ ਕੀਤਾ ਜਾਏ ਉਹਦੇ ਵਿੱਚ ਉਹ ਜ਼ਹਿਰ ਪਾਇਆ ਜਾਏ ਜਿਹੜਾ ਜ਼ਹਿਰ ਇੱਕਦਮ ਅਸਰ ਨਾ ਕਰੇ। ਸਮਝਿਓ ਬੇਨਤੀ ਨੂੰ, ਜ਼ਹਿਰ ਉਹਨਾਂ ਕਿਤੇ ਉਹ ਜ਼ਹਿਰ ਪਾਇਆ ਜਾਵੇ ਜਿਹੜਾ ਇਹਨਾਂ ਰਾਜਿਆਂ ਦੀ ਇੱਕਦਮ ਮੌਤ ਨਾ ਹੋਵੇ, ਆਸਤਾ ਆਸਤਾ ਹੌਲੀ ਹੌਲੀ ਇਹਨਾਂ ਦੀ ਮੌਤ ਹੋ ਜਾਵੇ ਔਰ ਹੋਵੇ ਜ਼ਹਿਰ ਦੇ ਨਾਲ, ਪਤਾ ਵੀ ਨਾ ਚੱਲੇ ਇਹਨਾਂ ਦੀ ਮੌਤ ਕਿਵੇਂ ਹੋਈ। ਇਹ ਸੀ ਤਰੀਕਾ ਉੱਥੇ ਉਹਨਾਂ ਰਾਜੇ ਨੂੰ ਰੱਖਣ ਦਾ ਤੇ ਮਾਰਨ ਦਾ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਮੈਂ ਕਹਾਂ ਤੇ ਕੈਦ ਕਰ ਲਿਆ ਗਿਆ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਵਿੱਚ ਕੈਦ ਹੋ ਗਏ। ਇੱਥੋਂ ਦਾ ਸਾਧ ਸੰਗਤ ਜੀ ਦਰੋਗਾ ਹੈ, ਜੇਲ੍ਹ ਦਾ ਦਰੋਗਾ ਜਿਹਦਾ ਨਾਮ ਹੈ ਹਰੀਦਾਸ, ਉਹ ਗੁਰੂ ਘਰ ਦਾ ਸ਼ਰਧਾਲੂ ਸੀ। ਇਹ ਜ਼ਰੂਰੀ ਨਹੀਂ ਕਿ ਹਰ ਧਰਮ, ਹਰ ਮਤ, ਹਰ ਮਜ਼ਹਬ ਦੇ ਅੰਦਰ ਚੰਗੇ ਲੋਕ ਵੀ ਬਹੁਤ ਨੇ ਤੇ ਬੁਰੇ ਵੀ ਬਹੁਤ ਨੇ, ਇਹ ਸਾਨੂੰ ਮੰਨਣਾ ਪਏਗਾ।
ਅਸੀਂ ਕਿਸੇ ਧਰਮ ਦੇ ਉੱਤੇ ਇੱਕਦਮ ਇਹ ਅਟੈਕ ਨਹੀਂ ਕਰ ਸਕਦੇ ਵੀ ਸਾਰੇ ਹੀ ਮਾੜੇ ਆ ਜੀ। ਭਾਵੇਂ ਕੋਈ ਧਰਮ ਤੇ ਕੋਈ ਮਤ ਹੋਵੇ, ਇੱਕ ਵੱਡਿਓ ਸਾਨੂੰ ਉਹਨੂੰ ਰੱਦ ਨਹੀਂ ਕਰਨਾ ਚਾਹੀਦਾ। ਇੱਥੇ ਸਾਈਂ ਮੀਆਂ ਮੀਰ ਵਰਗੇ ਵੀ ਤਾਂ ਨੇ, ਇੱਥੇ ਪੀਰ ਬੁੱਧੂ ਸ਼ਾਹ ਵਰਗੇ ਵੀ ਤਾਂ ਹੈ। ਤੇ ਜੇ ਅਸੀਂ ਦੂਜੇ ਧਰਮ ਦੀ ਗੱਲ ਕਰਦੇ, ਟੋਡਰਮਲ ਵਰਗੇ ਵੀ ਤਾਂ ਹੈਗੇ ਆ ਨਾ, ਜਿਨ੍ਹਾਂ ਮੋਹਰਾ ਵਿਛਾ ਕੇ ਜੇ ਗੰਗੂ ਵਰਗੇ ਆ ਤੇ ਟੋਡਰਮਲ ਵਰਗੇ ਵੀ ਤਾਂ ਹੈਗੇ ਆ। ਮੋਤੀ ਰਾਮ ਮਹਿਰੇ ਵਰਗੇ ਵੀ ਤਾਂ ਹੈਗੇ, ਜਿਨ੍ਹਾਂ ਦਾ ਪਰਿਵਾਰ ਸਾਰਾ ਕੋਹਲੂ ਵਿੱਚ ਪੀੜ ਦਿੱਤਾ ਗਿਆ। ਸਾਹਿਬ ਜਦੋਂ ਦੁੱਧ ਛਕਾਉਣ ਵਾਲੇ, ਮੈਂ ਜਿਹੜੀ ਬੇਨਤੀ ਕਰਨ ਲੱਗੇ ਆ, ਅਸੀਂ ਇੱਕ ਵੱਡਿਓ ਕਿਸੇ ਨੂੰ ਇਹ ਨਾ ਕਹਿ ਦੇ ਵੀ ਫਲਾਨਾ ਧਰਮ ਦੀ ਸਾਰਾ ਗੁਰੂ ਘਰ ਦੇ ਵਿਰੁੱਧ ਹੈ। ਨਹੀਂ, ਗੁਰਮੁਖੋ ਇਹ ਵੇਖਣਾ ਚਾਹੀਦਾ ਉਸ ਧਰਮ ਦੇ ਅੰਦਰ ਕਿਹੜੇ ਉਹ ਲੋਕ ਨੇ ਜਿਹੜੇ ਜਨੂਨੀ ਲੋਕ ਨੇ ਤੇ ਜਿਨ੍ਹਾਂ ਨੇ ਕੁਝ ਗੁਰੂ ਘਰ ਦੇ ਨਾਲ ਟੱਕਰ ਲਈ। ਮੈਂ ਬੇਨਤੀ ਕਰਨ ਲੱਗਿਆ ਹਰੀਦਾਸ ਜੇਲ੍ਹ ਦਾ ਦਰੋਗਾ, ਜਿਹਨੂੰ ਅਸੀਂ ਅੱਜ ਦੀ ਬੋਲੀ ਵਿੱਚ ਕਹਿੰਦੇ ਆ ਪੰਜਾਬ ਦੀ ਧਰਤੀ ਤੇ ਕਿ ਜੇਲ੍ਹ ਸੁਪਰਡੈਂਟ ਹੈ, ਜੇਲ੍ਹ ਦਾ ਇੰਚਾਰਜ ਹੈ, ਉਸ ਟਾਈਮ ਤੇ ਦਰੋਗਾ ਕਿਹਾ ਜਾਂਦਾ ਸੀ। ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਉੱਤੇ ਪਹੁੰਚ ਜਾਂਦੇ ਆ ਤੇ ਹਰੀਦਾਸ ਨੂੰ ਪਤਾ ਲੱਗਿਆ ਗੁਰੂ ਹਰਗੋਬਿੰਦ ਮਹਾਰਾਜ ਜੀ ਆਏ। ਸਾਧ ਸੰਗਤ ਜੀ, ਉਹ ਗੁਰੂ ਘਰ ਦਾ ਸ਼ਰਧਾਲੂ ਸੀ। ਉਹਨੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਕਿਹਾ, ਸਤਿਗੁਰੂ ਜੀ ਮੇਰੀ ਇੱਕ ਬੇਨਤੀ ਹੈ ਕਿ ਜਦੋਂ ਆਪ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਰਾਜੇ ਨੇ ਕੈਦ ਕਰ ਹੀ ਦਿੱਤਾ, ਬੰਦੀ ਬਣਾ ਲਿਆ, ਭਾਵ ਕਿ ਤੇ ਤੁਸੀਂ ਆ ਗਏ ਹੋ, ਮਹਾਰਾਜ ਮੇਰੀ ਇੱਕ ਬੇਨਤੀ ਹੈ ਕਿ ਤੁਹਾਡਾ ਖਾਣਾ ਨਹੀਂ ਤੁਸੀਂ ਖਾਣਾ। ਉਹਨੇ ਦੱਸ ਦਿੱਤਾ, ਮਹਾਰਾਜ ਦਾ ਖਾਣਾ ਨਹੀਂ ਤੁਸੀਂ ਖਾਣਾ, ਕਿਉਂਕਿ ਇੱਥੋਂ ਦੇ ਖਾਣੇ ਵਿੱਚ ਜ਼ਹਿਰ ਮਲਾਈ ਜਾਂਦੀ ਹੈ ਇਹਨਾਂ ਬਾਦਸ਼ਾਹ ਨੂੰ ਮਾਰਨ ਦੇ ਲਈ। ਗੁਰੂ ਹਰਗੋਬਿੰਦ ਮਹਾਰਾਜ ਜੀ ਕਹਿੰਦੇ ਅੱਜ ਤੋਂ ਬਾਅਦ ਜਿੰਨਾ ਖਾਣਾ ਤਿਆਰ ਹੋਏਗਾ ਉਹ ਖਾਣਾ ਤੁਹਾਡੇ ਵਿੱਚੋਂ ਕੋਈ ਤਿਆਰ ਨਹੀਂ ਕਰੇਗਾ ਤੇ ਅੱਜ ਤੋਂ ਬਾਅਦ ਇਸ ਖਾਣੇ ਵਿੱਚ ਜ਼ਹਿਰ ਵੀ ਨਹੀਂ ਪਾਇਆ ਜਾਏਗਾ। ਹੁਣ ਵੇਖੋ, ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਇੱਧਰ ਨਹੀਂ ਕਿਹਾ ਵੀ ਮੇਰੀ ਰੋਟੀ ਤੁਸੀਂ ਚਲੋ ਠੀਕ ਹੈ ਉਹ ਤਿਆਰ ਕਰ ਦਿਓ ਵਧੀਆ ਤੇ ਬਾਕੀਆਂ ਵਾਸਤੇ ਪਾਈ ਜਾਓ ਜ਼ਹਿਰ। ਗੁਰੂ ਸਾਹਿਬ ਨੇ ਨਹੀਂ ਕਿਹਾ, ਸਤਿਗੁਰੂ ਨਿਰਵੈਰ ਹੈ, ਉਹ ਤੇ ਸਾਰਿਆਂ ਦਾ ਭਲਾ ਮਨਾਉਂਦਾ ਗੁਰੂ ਜਿਹੜਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਸਤਿਗੁਰ ਸਭਨਾ ਦਾ ਭਲਾ ਮਨਾਏਗਾ। ਮੇਰਾ ਗੁਰੂ ਤੇ ਸਾਰਿਆਂ ਦਾ ਭਲਾ ਮਨਾਉਂਦਾ, ਤਿਸ ਦਾ ਬੁਰਾ ਕਿਉਂ ਹੋਏ। ਮੇਰਾ ਗੁਰੂ ਸਾਰਿਆਂ ਦਾ ਭਲਾ ਮੰਗਦਾ ਹੈ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਹਾ ਜਿਹੜਾ ਤੇ ਖਾਣਾ ਤਿਆਰ ਹੋਵੇਗਾ ਉਹ ਖਾਣੇ ਵਿੱਚ ਜ਼ਹਿਰ ਨਹੀਂ ਮਿਲੇਗਾ ਤੇ ਖਾਣਾ ਸਭ ਦੇ ਵਾਸਤੇ ਇੱਕ ਜਿਹਾ ਤਿਆਰ। ਕੁਝ ਵਿਦਵਾਨ ਤਾਂ ਵੈਸੇ ਕਹਿੰਦੇ ਆ ਕਿ ਗੁਰੂ ਹਰਗੋਬਿੰਦ ਮਹਾਰਾਜ ਜੀ ਵਾਸਤੇ ਸਿੱਖ ਬਾਹਰੋਂ ਪ੍ਰਸ਼ਾਦਾ ਤਿਆਰ ਕਰਕੇ ਲਿਆਉਂਦੇ ਸਨ। ਖੈਰ ਮੈਂ ਇਸ ਬੰਨੇ ਨਾ ਜਾਵਾਂ ਕਿ ਵੱਖ-ਵੱਖ ਵਿਦਵਾਨਾਂ ਦੇ ਕੀ ਮਤ ਨੇ, ਸਮਾਂ ਉਧਰ ਨਿਕਲ ਜਾਣਾ। ਮੈਂ ਜਿਹੜੀ ਪ੍ਰਚਲਿਤ ਗੱਲ ਹੈ ਜ਼ਿਆਦਾ ਉਹਨੂੰ ਲੈ ਰਿਹਾ ਹਾਂ, ਨਾ ਕਿ ਕੋਈ ਇਸ ਤਰ੍ਹਾਂ ਦੀ ਗੱਲ ਕਿ ਜਿਹੜੀ ਆਪਾਂ ਕੋਈ ਕੰਟਰੋਵਰਸੀ ਵਾਲੀ ਗੱਲ ਨਾ ਲਈਏ ਵੀ ਕਿਸੇ ਨੇ ਕੀ ਕਿਹਾ ਕਿਸੇ ਨੇ ਕੀ ਕਿਹਾ, ਉਹ ਸਮਾਂ ਉਧਰ ਹੀ ਸਾਰਾ ਨਿਕਲ ਜਾਏਗਾ ਸਾਡਾ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਵੀ ਖਾਣਾ ਤਿਆਰ ਹੋਏਗਾ, ਜ਼ਹਿਰ ਨਹੀਂ ਮਿਲਾਇਆ ਜਾਏਗਾ, ਸਭ ਦੇ ਵਾਸਤੇ ਖਾਣਾ ਇੱਕ ਜੈਸਾ ਤਿਆਰ ਹੋਵੇ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਦੀਵਾਨ ਸਜੇਗਾ। ਉਸ ਗਵਾਲੀਅਰ ਦੇ ਕਿਲੇ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਕਿਹਾ ਦੀਵਾਨ ਸਜੇਗਾ। ਸਵੇਰ ਸ਼ਾਮ ਦੀਵਾਨ ਸਜਾਏ ਗਏ। ਸਤਿਗੁਰੂ ਮਹਾਰਾਜ ਜੀ ਸਵੇਰ ਦੇ ਦੀਵਾਨ ਵਿੱਚ, ਸ਼ਾਮ ਦੇ ਦੀਵਾਨ ਵਿੱਚ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਦੇਖੋ ਭਾਈ, ਪਹਿਲੀ ਗੱਲ ਤੇ ਇਹ ਕਿ ਹਰ ਬੰਦੇ ਨੂੰ ਆਪਣਾ ਜ਼ਿੰਦਗੀ ਜਿਉਣ ਦਾ ਆਪਣੇ ਢੰਗ ਨਾਲ ਆਜ਼ਾਦੀ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆਜ਼ਾਦੀ ਦੇ ਤੌਰ ਤੇ ਹਰ ਬੰਦਾ ਜਿਉਣਾ ਚਾਹੁੰਦਾ ਤੇ ਉਹਨੂੰ ਹੱਕ ਵੀ ਹੈ ਜਿਉਣ ਦਾ। ਸਤਿਗੁਰੂ ਮਹਾਰਾਜ ਜੀ ਉਹਨਾਂ ਰਾਜਿਆਂ ਨੂੰ ਢਾਰਸ ਦਿੰਦੇ ਆ, ਧਰਵਾਸਾ ਦਿੰਦੇ ਆ, ਹੌਂਸਲਾ ਦਿੰਦੇ ਆ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਥੇ ਵਿਦਵਾਨ ਕਹਿੰਦੇ 2.5 ਸਾਲ ਤੋਂ ਲੈ ਕੇ ਤੇ 12 ਸਾਲ ਦਾ ਸਮਾਂ ਲਿਖਿਆ ਵਿਦਵਾਨਾਂ ਨੇ। 2.5 ਸਾਲ ਦਾ ਲਿਖਦੇ ਆ, 5 ਸਾਲ ਦਾ ਲਿਖਦੇ ਆ, 12 ਸਾਲ ਦਾ ਲਿਖਦੇ ਆ, ਪਰ 12 ਸਾਲ ਵਾਲਾ ਸਮਾਂ ਮੰਨਿਆ ਨਹੀਂ ਜਾਂਦਾ। ਭਾਵੇਂ ਕਿ ਲਿਖਿਆ ਵਿਦਵਾਨਾਂ ਨੇ, ਇਹ ਮੰਨਿਆ ਨਹੀਂ ਜਾਂਦਾ। ਇੰਨਾ ਲੰਮਾ ਸਮਾਂ ਸਤਿਗੁਰੂ ਨਹੀਂ ਰਹੇ ਉੱਥੇ। ਅਸੀਂ ਥੋੜੇ ਸਮੇਂ ਵਾਲੀ ਗੱਲ ਜਿਹੜੀ ਵਿਦਵਾਨਾਂ ਦੀ ਉਹਨੂੰ ਮੰਨੀਏ, ਕਿਉਂਕਿ ਇਹਦੇ ਤੇ ਜ਼ਿਆਦਾ ਰਹਿ ਹੈ ਵਿਦਵਾਨਾਂ ਦੀ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ, ਮੈਂ ਬੇਨਤੀ ਕਰ ਰਿਹਾ, ਆਪਾਂ ਸ਼ਬਦ ਨੂੰ ਆਧਾਰ ਬਣਾਇਆ ਕਿ ਆਪਣੇ ਸਤਿਗੁਰ ਕੈ ਬਲਿਹਾਰ ਹੈ। ਮੈਂ ਐਸੇ ਆਪਣੇ ਗੁਰੂ ਤੋਂ ਬਲਿਹਾਰ ਕੁਰਬਾਨ ਜਾ ਰਿਹਾ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਆਪਣੇ ਸਤਿਗੁਰ ਕੈ ਬਲਿਹਾਰ ਹੈ। ਆਗੇ ਸੁਖ ਪਾਤਸ਼ਾਹ ਸੁਖ ਸਹਿਜਾਨ, ਘਰ ਆਨੰਦ ਹਮਾਰੇ। ਮੇਰੇ ਜ਼ਿੰਦਗੀ ਵਿੱਚ ਗੁਰੂ ਗਿਆਨ ਦਾ ਰੋਸ਼ਨੀ ਦੇ ਕੇ ਮੇਰੇ ਅੰਦਰ ਗੁਰੂ ਮਹਾਰਾਜ ਜੀ ਆਨੰਦ ਦੇ ਹੁਲਾਰੇ ਪੈਦਾ ਕਰਦੇ ਨੇ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਵਿੱਚ ਕੈਦ। ਬਾਬਾ ਬੁੱਢਾ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਗੁਰਮੁਖੋ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਨੂੰ ਨਾਲ ਲੈ ਕੇ ਤੁਰਦੇ ਹੈ। ਮੰਜ਼ਲਾਂ ਨੂੰ ਮਾਰਦੇ ਹੋਏ, ਸ਼ਬਦ ਕੀਰਤਨ ਕਰਦੇ ਹੋਏ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਦੀਦਾਰਾਂ ਵਾਸਤੇ ਗਵਾਲੀਅਰ ਪਹੁੰਚ ਜਾਂਦੇ ਆ ਬਾਬਾ ਬੁੱਢਾ ਸਾਹਿਬ ਜੀ। ਕਿੰਨਾ ਸਮਾਂ ਲੱਗਾ ਹੋਏਗਾ, ਕਿਉਂਕਿ ਸਾਰੀ ਯਾਤਰਾ ਜਿਹੜੀ ਹੈ ਸਾਧ ਸੰਗਤ ਜੀ ਪੈਦਲ ਦੀ ਹੈ। ਕਿੰਨਾ ਸਮਾਂ ਲੱਗਾ ਹੋਏਗਾ ਜਦੋਂ ਬਾਬਾ ਬੁੱਢਾ ਸਾਹਿਬ ਚੱਲੇ ਤੇ ਗਵਾਲੀਅਰ ਪਹੁੰਚੇ। ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਦੀਦਾਰ ਹੋਏ। ਗੁਰੂ ਹਰਗੋਬਿੰਦ ਮਹਾਰਾਜ ਦਰਸ਼ਨ ਕਰਕੇ ਬਾਬਾ ਬੁੱਢਾ ਸਾਹਿਬ ਤੇ ਸੰਗਤਾਂ ਨਿਹਾਲ ਹੋਈਆਂ। ਸਤਿਗੁਰੂ ਜੀ ਦੀ ਆਗਿਆ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਵਾਪਸ ਆ ਜਾਂਦੇ ਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਵਾਪਸ। ਗੁਰੂ ਸਾਹਿਬ ਨੇ ਹੌਸਲਾ ਦਿੱਤਾ
ਵੀ ਚੜ੍ਹਦੀ ਕਲਾ 'ਚ ਤੁਸੀਂ ਰਹੋ। ਸੰਗਤਾਂ ਨੂੰ ਜਾ ਕੇ ਕਹੋ ਕਿ ਸਮਾਂ ਕੋਈ ਬਹੁਤਾ ਦੂਰ ਨਹੀਂ, ਅਸੀਂ ਛੇਤੀ ਪਹੁੰਚਾਂਗੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਆਗਿਆ ਲੈ ਕੇ ਬਾਬਾ ਬੁੱਢਾ ਸਾਹਿਬ ਆ ਜਾਂਦੇ ਆ। ਹੁਣ ਸਤਿਗੁਰੂ ਮਹਾਰਾਜ ਜੀ ਦੀ ਰਿਹਾਈ ਵਾਲੇ ਬੰਨੇ ਆਈਏ। ਬਾਦਸ਼ਾਹ ਜਹਾਂਗੀਰ ਉਹ ਆਪਣੀ ਕਿਤਾਬ ਵਿੱਚ ਖੁਦ ਲਿਖਦਾ ਹੈ ਕਿ ਅਖੀਰਲਿਆਂ ਸਮਿਆਂ ਤੇ ਇੰਨਾ ਵੱਡਾ ਨਸ਼ਈ ਹੋ ਚੁੱਕਿਆ ਸੀ, ਉਹ 5-7 ਸੇਰ ਰੋਜ਼ ਦੀ ਉਹ ਸ਼ਰਾਬ ਪੀਂਦਾ ਸੀ, ਨਿੱਤ ਦਾ ਸ਼ਰਾਬੀ ਬਣ ਚੁੱਕਿਆ ਸੀ। ਉਹਦੇ ਸਰੀਰ ਵਿੱਚ ਕਈ ਰੋਗ ਪੈਦਾ ਹੋ ਚੁੱਕੇ ਸਨ। ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਕੇ ਬਾਦਸ਼ਾਹ ਜਹਾਂਗੀਰ ਸੌਖਾ ਨਹੀਂ ਸੀ, ਦੁੱਖ ਸੀ, ਅਨੋਖਾ ਸੀ। ਉਹਨੇ ਕਿਹਾ ਮੇਰੇ ਦੁੱਖ ਤਾਂ ਵੱਧਦੇ ਜਾ ਰਹੇ ਆ, ਦੁੱਖ ਘਟਣਗੇ ਕਿਵੇਂ? ਉਹਨੇ ਕਿਹਾ ਮੈਨੂੰ ਇਸ ਦੁੱਖਾਂ ਤੋਂ ਕੋਈ ਆਜ਼ਾਦ ਕਰਾਵੇ। ਸਾਈਂ ਮੀਆਂ ਮੀਰ ਜੀ ਤੱਕ ਗੱਲ ਪਹੁੰਚੀ। ਸਾਈਂ ਮੀਆਂ ਮੀਰ ਜੀ ਨੂੰ ਕਿਹਾ ਕਿ ਮੇਰੇ ਦੁੱਖ ਦਾ ਕਾਰਨ। ਉਹਨਾਂ ਨੇ ਕਿਹਾ ਜਿਹਨੇ ਅੱਲਾਹ ਨੂੰ ਕੈਦ ਕੀਤਾ ਹੋਵੇ ਉਹ ਸੁਖੀ ਕਿਵੇਂ ਹੋ ਸਕਦਾ ਹੈ? ਉਹਨੇ ਕਿਹਾ ਅੱਲਾਹ ਕੌਣ? ਕਹਿਣ ਲੱਗੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ, ਖੁਦਾ ਅੱਲਾਹ ਦਾ ਰੂਪ ਗੁਰੂ ਹਰਗੋਬਿੰਦ ਮਹਾਰਾਜ। ਤੂੰ ਉਹਨਾਂ ਨੂੰ ਗਵਾਲੀਅਰ ਦੇ ਕਿਲੇ 'ਚ ਕੈਦ ਕੀਤਾ ਤੇ ਕਹਿੰਦਾ ਮੈਨੂੰ ਸੁੱਖ ਮਿਲ ਜਾਏਗਾ, ਤੈਨੂੰ ਸੁੱਖ ਕਿਵੇਂ? ਉਹਨੇ ਕਿਹਾ ਫਿਰ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਰਿਹਾ ਕਰ ਦਿੱਤਾ ਜਾਏ। ਸਤਿਗੁਰੂ ਮਹਾਰਾਜ ਜੀ ਵਾਸਤੇ ਸੁਣਿਆ ਪਹੁੰਚਿਆ ਹਰੀਦਾਸ ਜੇਲ੍ਹ ਦੇ ਦਰੋਗੇ ਨੂੰ ਚਿੱਠੀ ਪਹੁੰਚੀ ਕਿ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਰਿਹਾ ਕੀਤਾ ਜਾਏ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਵੇਖਿਆ, ਕਹਿਣ ਲੱਗੇ ਦੇਖੋ ਗਵਾਲੀਅਰ ਦੇ ਕਿਲੇ ਵਿੱਚੋਂ ਜਾਵਾਂਗੇ ਜ਼ਰੂਰ, ਪਰ ਇਕੱਲਿਆਂ ਨਹੀਂ ਜਾਣਾ। ਉਹਨਾਂ ਕਿਹਾ ਮਹਾਰਾਜ ਨਾਲ। ਸਤਿਗੁਰੂ ਕਹਿਣ ਲੱਗਿਆ ਜਿੰਨੇ ਵੀ ਰਾਜੇ ਕੈਦ ਕੀਤੇ ਸਾਰਿਆਂ ਨੂੰ ਨਾਲ ਲੈ ਕੇ ਜਾਣਾ। ਇੱਕ ਕਿਤਾਬ ਹੈ ਸਾਧ ਸੰਗਤ ਜੀ ਪਿਆਰਾ ਸਿੰਘ ਪਦਮ ਦੀ, ਗੁਰੂ ਕੀਆਂ ਸਾਖੀਆਂ ਭੱਟਵਈਆਂ ਦੀ ਕਿਤਾਬ ਹੈ, ਜਿਹੜੀ ਭੱਟਾਂ ਨੇ ਜੋ ਕੁਝ ਕਿਹਾ ਹੈ, ਜੋ ਉਹਨਾਂ ਨੇ ਸੀਨੇ ਮਸੀਨੇ ਲਿਖਦੇ ਆਏ, ਉਹਨਾਂ ਨੂੰ ਪਿਆਰਾ ਸਿੰਘ ਪਦਮ ਨੇ ਗੁਰੂ ਕੀ ਸਾਖੀਆਂ ਨਾਮ ਦੀ ਪੁਸਤਕ ਭੱਟਵਈਆਂ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਜਿਹੜਾ ਮੈਂ ਕਰਨ ਲੱਗਿਆ। ਉਹ ਕਹਿੰਦੇ ਨੇ ਕਿ 52 ਰਾਜਿਆਂ ਦਾ ਅਸੀਂ ਜ਼ਿਕਰ ਕਰਦੇ ਹਾਂ, ਪਰ ਰਾਜੇ ਕੇਵਲ 52 ਨਹੀਂ। ਅੱਜ ਵਿਦਵਾਨ ਇਸ ਗੱਲ ਨੂੰ ਬਹੁਤ ਮੰਨਦੇ ਨੇ। ਤੁਸੀਂ ਸੋਸ਼ਲ ਮੀਡੀਆ ਤੇ ਵੇਖਿਆ ਹੋਵੇਗਾ ਕਿ ਦਿਨ ਚੱਲਦੇ ਆ ਤੇ ਅੱਜ ਇਸ ਸੋਸ਼ਲ ਮੀਡੀਆ ਦਾ ਯੁੱਗ ਹੈ। ਹਰ ਬੰਦਾ, ਜਿੰਨੇ ਬੁਲਾਰੇ ਨੇ, ਪ੍ਰਚਾਰਕ ਨੇ, ਵਿਦਵਾਨ ਨੇ, ਇਹਨਾਂ ਦਿਨਾਂ ਤੇ ਸਾਰੇ ਬੋਲਦੇ ਨੇ, ਸਾਰੇ ਆਪਣੀਆਂ ਸਾਧ ਸੰਗਤ ਦੀ ਉਹਨਾਂ ਦੀਆਂ ਵੀਡੀਓ ਪਈਆਂ ਹੋਈਆਂ, ਤੁਸੀਂ ਕਈਆਂ ਨੂੰ ਸੁਣਿਆ ਵੀ ਹੋਵੇਗਾ। ਉਹ ਇਹ ਗੱਲ ਮੰਨਦੇ ਨੇ ਕਿ 52 ਹੀ ਰਾਜੇ ਨਹੀਂ, ਕੇਵਲ 101 ਰਾਜਾ ਹੈ। ਤਾਂ ਮੈਂ ਕਿਤਾਬ ਦਾ ਹਵਾਲਾ ਤਾਂ ਦਿੱਤਾ, ਕਈਆਂ ਨੇ ਹਵਾਲਾ ਨਹੀਂ ਦਿੱਤਾ, ਤਾਂ ਕਿ ਕਿਸੇ ਦੇ ਮਨ ਵਿੱਚ ਨਾ ਵੀ ਗੱਲ ਆਈ ਕਿੱਥੋਂ। ਪਿਆਰਾ ਸਿੰਘ ਪਦਮ ਦੀ ਤੁਸੀਂ ਪੁਸਤਕ ਪੜ੍ਹ ਸਕਦੇ ਹੋ, ਉਹਦੇ ਵਿੱਚ ਉਹਨਾਂ ਜ਼ਿਕਰ ਕੀਤਾ। ਹੋਰ ਵੀ ਵਿਦਵਾਨਾਂ ਕੀਤਾ ਹੋਏਗਾ ਜ਼ਿਕਰ, ਮੈਂ ਜਦੋਂ ਪੜ੍ਹਿਆ ਮੈਂ ਉਹਦਾ ਨਾਂ ਲੈ ਰਿਹਾ। ਉਹ ਕਹਿੰਦੇ ਨੇ 101 ਰਾਜਾ ਸੀ, 103 ਵੀ ਕਹਿੰਦੇ ਆ ਕੁਝ, ਪਰ ਮੈਂ ਜਿਹੜੀ ਬੇਨਤੀ ਕਰਨ ਲੱਗਾ, ਚਲੋ ਪ੍ਰਚਲਿਤ ਗੱਲ ਹੈ 52 ਦੀ। 52 ਦਾ ਕਿਉਂ ਜ਼ਿਕਰ ਆਇਆ? ਇਹ 52 ਉਹ ਨੇ ਸਾਧ ਸੰਗਤ ਜੀ ਬੜੇ ਬੜੇ ਰਿਆਸਤਾਂ ਦੇ ਮਾਲਕ, ਜਿਨ੍ਹਾਂ ਤੋਂ ਬਾਦਸ਼ਾਹ ਨੂੰ ਖਤਰਾ ਸੀ। ਬਾਕੀ ਦੇ ਜਿਹੜੇ ਮੰਨੇ ਜਾਂਦੇ ਆ ਉਹ ਛੋਟੀਆਂ ਰਿਆਸਤਾਂ ਦੇ ਛੋਟੇ ਰਾਜੇ ਹੈ, ਉਹਨਾਂ ਦਾ ਤਾਂ ਬਹੁਤਾ ਜ਼ਿਕਰ ਨਹੀਂ ਆਇਆ। ਦੂਸਰੀ ਗੱਲ, ਸਾਧ ਸੰਗਤ ਜਦੋਂ ਅਸੀਂ ਇਹਨਾਂ ਰਾਜਿਆਂ ਦੀ ਗੱਲ ਕਰਦੇ ਆ ਨਾ, ਤੇ ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਗੱਲ ਹੋਰ ਸਮਝਣ ਵਾਲੀ ਹੈ। ਜਦੋਂ ਰਿਹਾਈ ਦੀ ਗੱਲ ਆਉਂਦੀ ਹੈ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਆ ਜਾਂਦੀ ਹੈ। ਬਾਦਸ਼ਾਹ ਨੇ ਕਿਹਾ ਮਹਾਰਾਜ ਜੇ ਤੁਸੀਂ ਇਕੱਲਿਆਂ ਨਹੀਂ ਜਾਣਾ, ਰਾਜੇ ਨਾਲ ਲੈ ਕੇ ਜਾਣੇ, ਮੈਨੂੰ ਇੱਕ ਡਰ ਹੈ, ਖਤਰਾ ਹੈ। ਉਹ ਇਹ ਹੈ ਕਿ ਇਹ ਬਾਗੀ ਨਾ ਹੋ ਜਾਣ, ਬਗਾਵਤ ਨਾ ਕਰ ਦੇਣ। ਗੁਰੂ ਹਰਗੋਬਿੰਦ ਮਹਾਰਾਜ ਜੀ ਜ਼ਿੰਮੇਵਾਰੀ ਚੁੱਕਦੇ, ਕੋਈ ਛੋਟੀ ਗੱਲ ਨਹੀਂ ਹੈ। ਸਤਿਗੁਰੂ ਹਰਗੋਬਿੰਦ ਮਹਾਰਾਜ ਜੀ ਜ਼ਿੰਮੇਵਾਰੀ ਚੁੱਕਦੇ ਹੈ ਕਿ ਇਹ ਬਾਦਸ਼ਾਹ ਬਾਹਰ ਜਾ ਕੇ ਬਗਾਵਤ ਨਹੀਂ ਕਰਨਗੇ, ਪਰ ਬਾਦਸ਼ਾਹ ਤੂੰ ਵੀ ਇਹ ਗੱਲ ਸਮਝ ਲੈ, ਇਹਨਾਂ ਰਾਜਿਆਂ ਤੇ ਜ਼ੁਲਮ ਨਹੀਂ ਢਾਏਗਾ। ਜੇ ਤੂੰ ਜ਼ੁਲਮ ਕਰੇਗਾ ਤੇ ਫਿਰ ਤਾਂ ਇਹਨਾਂ ਨੇ ਬਾਗੀ ਹੋਣਾ ਹੀ ਹੋਣਾ। ਤੂੰ ਵੀ ਕੁਝ ਨਾ ਕੁਝ ਆਪਣੇ ਆਪ ਦੇ ਵਿੱਚ ਸੁਧਾਰ ਲਿਆ। ਇਹਨਾਂ ਰਾਜਿਆਂ ਦੀਆਂ ਜਿਹੜੀਆਂ ਰਿਆਸਤਾਂ, ਜਿਹੜਾ ਇਲਾਕਾ ਹੈ, ਉਹ ਆਪਣੇ ਇਲਾਕੇ ਵਿੱਚ ਰਹਿਣ, ਨਾ ਤੂੰ ਇਹਨਾਂ ਨੂੰ ਤੰਗ ਕਰਤੇ, ਨਾ ਇਹ ਬਗਾਵਤ ਕਰਨਗੇ। ਸਤਿਗੁਰੂ ਨੇ ਬੜੀ ਵੱਡੀ ਜ਼ਿੰਮੇਵਾਰੀ ਲੈ ਲਈ ਸੀ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ। ਦੂਸਰੀ ਗੱਲ, ਇਸ ਗਵਾਲੀਅਰ ਦੇ ਕਿਲੇ ਵਿੱਚ ਕੋਈ ਚੋਰ, ਕੋਈ ਲੁਟੇਰਾ, ਕੋਈ ਡਕੈਤੀਆ ਨਹੀਂ ਹੈ। ਇਸ ਕਿਲੇ ਦੇ ਅੰਦਰ ਸਾਰੇ ਦੇ ਸਾਰੇ ਰਾਜੇ ਨੇ, ਉਹਨਾਂ ਵਾਸਤੇ ਹੋਰ ਜੇਲ੍ਹਾਂ ਨੇ, ਇਹਦੇ ਵਿੱਚ ਨਹੀਂ ਕੋਈ ਵੀ। ਮੈਂ ਜਿਹੜੀ ਬੇਨਤੀ ਕਰ ਰਿਹਾ, ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਕਿਹਾ ਵੀ ਉੱਥੋਂ ਇਹ ਰਾਜੇ ਵੀ ਨਾਲ ਜਾਣਗੇ। ਬਾਦਸ਼ਾਹ ਨੂੰ ਕਿਹਾ ਜ਼ਿੰਮੇਵਾਰੀ ਸਾਡੀ ਹੋਵੇਗੀ, ਇਹ ਬਾਗੀ ਬਗਾਵਤ ਨਹੀਂ ਕਰਨਗੇ, ਕੋਈ ਕਿਸੇ ਤਰ੍ਹਾਂ ਦਾ ਵੀ ਦੇਸ਼ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਗੜਬੜ ਪੈਦਾ ਨਹੀਂ ਕਰਨਗੇ। ਸਤਿਗੁਰੂ ਕਹਿੰਦੇ ਸਾਡੀ ਜ਼ਿੰਮੇਵਾਰੀ ਹੈ। ਗੁਰੂ ਹਰਗੋਬਿੰਦ ਮਹਾਰਾਜ ਨੇ ਜ਼ਿੰਮੇਵਾਰੀ ਚੁੱਕੀ ਤੇ ਸਾਧ ਸੰਗਤ ਜੀ ਉਹਨਾਂ ਰਾਜਿਆਂ ਨੂੰ ਉਸ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕੀਤਾ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਤਿਗੁਰੂ ਜੀ ਦਾ ਚੋਲਾ ਪਕੜ ਕੇ, ਜਿਹਨੂੰ ਅਸੀਂ ਕਹਿੰਦੇ ਆ ਕਲੀਆਂ ਵਾਲਾ, 52 ਕਲੀਆਂ ਵਾਲਾ, ਪ੍ਰਚਲਿਤ ਗੱਲ ਇਹੀ ਹੈ ਨਾ, ਸਤਿਗੁਰੂ ਦਾ ਚੋਲਾ ਦਾਮਨ ਪਕੜ ਕੇ ਉਹ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਨਿਕਲਦੇ ਆ।
सतगुरु हरगोबिंद महाराज जी ਨੂੰ ਬਾਦਸ਼ਾਹ ਜਹਾਂਗੀਰ ਨੇ ਕਿਹਾ, ਮਹਾਰਾਜ मैं इधर जम्मू कश्मीर ਨੂੰ ਜਾਣਾ ਤੇ मैं पंजाब जाना ਚਾਹੁੰਦਾ ਤੁਹਾਡੇ ਨਾਲ। गुरु हरगोबिंद ਨੂੰ ਕਿਹਾ, ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਕਿਹਾ, ਮਹਾਰਾਜ मैं भी ਨਾਲ ਜਾਣਾ ਚਾਹੁੰਦਾ। सतगुरु महाराज ने कहा, ठीक है तू जा सकता है, पर तेरा ते साडा रस्ता अलग होएगा। रस्ते का मतलब ये नहीं कि तेरा कोई होर राह ते साडा नहीं, रस्ते का मतलब सी तेरी फौज अलग तुरेगी, साडी अलग तुरेगी, जिथे तंबू भी लगणगे, रात विश्राम होएगा, तेरा तंबू अलग होएगा, साडा अलग होएगा, रल गढ़ नहीं होएगी। तू अपनी फौज लैके चल, असीं अपने सिख लैके चलांगे। गुरु हरगोबिंद सच्चे पातशाह नूं बादशाह जहांगीर ने क्या महाराज ठीक है, मैनूं प्रवान है। सतगुरु महाराज जी ग्वालियर चलते हैं, मंजिलों नूं मारते हुए गुरु हरगोबिंद सच्चे पातशाह दे नाल बादशाह जहांगीर साध संगत जी ये पैंडा तय करके अमृतसर साहिब की धरती नूं आउंदे। बड़ी एक सोहनी प्यारी ते हर विद्वान ने जिहड़ी कोट कीती घटना है, मैं उहदा जरूर जिक्र करना चाहांगा। सिखां दे अंदर गुरु प्रति किन्ना भरोसा, किन्ना विश्वास है, ते अपने गुरु दे उत्ते इन्ना यकीन रखण वाले सिख। एक बड़ी प्यारी जी घटना रस्ते दी आउंदी है, होर भी कई होणगीਆਂ घटनावां वापरीਆਂ, पर हर विद्वान ने कोट कीता क्योंकि वो साखी बड़ी प्यारी है। सतगुरु महाराज जी एक जगह ते विश्राम करते हैं, साध संगत जी तंबू लग जाता, बादशाह जहांगीर का अलग, सतगुरु हरगोबिंद महाराज का अलग लग जाता। इस इलाके अंदर एक सिख भावें कि उसका नाम नहीं विद्वान ने किते लिखा भी ना की सी उहदा, भी वो किहड़ा सिख होएगा। चलो साखी प्रचलित हो गई पर ना नहीं लभ्या। वो कहते हैं सिख से ना घाईया सिख करके उसकी साखी जिथे भी लिखी घाईया सिख उन्होंने कहा। वो घाह उन्हें साध संगत जी एक पंड तैयार की, सोहना घाह उन्हें खोद के पंड तैयार कर ली। एक टका वो कोल सी, गरीबड़ा सिख है। उन्हें क्या सतगुरु दे दीदार करने हैं, सतगुरां दा पता लगा भी इधर नूं आ रहे ने गुरु हरगोबिंद सच्चे पातशाह महाराज जी, पर दर्शन नहीं सी कीते। उन्हें अनजान पुणे विच भुल हुई है। ਅਸੀਂ ਤਾਂ ਜਾਣ ਬੁੱਝ ਕੇ ਕਰਦੇ ਆ ਨਾ, ਗੁਰੂ ਨੂੰ ਛੱਡ ਕੇ ਤੇ ਐਵੇਂ ਇੱਧਰ ਉੱਧਰ ਭੜਕਦੇ ਫਿਰਦੇ ਆ, ਭੱਜੇ ਫਿਰਦੇ ਆ। ਉਹਦੇ ਕੋਲੋਂ ਅਣਜਾਣ ਪੁਣੇ 'ਚ ਗਲਤੀ ਹੋ ਗਈ। ਸਾਧ ਸੰਗਤ ਜੀ ਤੰਬੂ ਲੱਗਾ ਹੋਇਆ, ਬਾਦਸ਼ਾਹ ਜਹਾਂਗੀਰ ਦਾ ਪਹਿਰੇਦਾਰ ਉੱਧਰ ਵੀ ਖੜੇ ਸਨ। ਉਹਨੇ ਜਾ ਕੇ ਪਹਿਰੇਦਾਰ ਨੂੰ ਕਿਹਾ, ਕਹਿਣ ਲੱਗਾ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਆ। ਬਾਦਸ਼ਾਹ ਜਹਾਂਗੀਰ ਬੜਾ ਖੁਸ਼ ਹੋਇਆ ਵੀ ਮੈਨੂੰ ਵੀ ਕਿਸੇ ਨੇ ਸੱਚਾ ਪਾਤਸ਼ਾਹ ਕਿਹਾ। ਉਹ ਕਹਿਣ ਲੱਗਾ ਆਉਣ ਦਿਓ, ਜਿਹੜਾ ਵੀ ਹੈ ਸਿੱਖ ਵੀ ਇਹਨੂੰ ਆ ਲੈਣ ਦਿਓ। ਤੰਬੂ 'ਚ ਗਿਆ, ਉਹਨੇ ਜਾ ਕੇ ਟਕਾ ਰੱਖ ਦਿੱਤਾ, ਘਾਹ ਦੀ ਪੰਡ ਰੱਖ ਦਿੱਤੀ। ਉਹਨੇ ਕਿਹਾ महाराज किरपा करो मेरे ते, सतगुरु मैं तुहाडे दीदारां वास्ते आया। बादशाह सुनी गया चलो गल। जो मत्था भी टेक दिता, एक बेनतियां भी कीतियां। बादशाह ने कहा चाहुंदा की है तू सिखा? कह लगे जी मैं चाहुंदा जीवन मुक्त हो जावां। आज्ञा सुख पातशाह सुख सहजा, घर आनंद हमारा। ये शब्द गुरु अर्जन देव सच्चे पातशाह महाराज जी का है। मैं यूं कहना कि सतगुरु महाराज जी का हो सकता शब्द क्या पढ़िया हो कि मन मंदिर तन वेश कलंदर घट ही तीर्थ नावा, एक शब्द मेरे प्राण बस्त है। गुरु नानक साहब का शब्द है। एक शब्द मेरे प्राण बस्त है, बौड़ जन्म ना आवा। महाराज कृपा करो मैनू ऐसी शब्द की दात दिओ, मेरा जन्म मरण खत्म हो जाए। कहते हैं जो बादशाह जहांगीर ने गल सुनी, वो कहने लगा भी ये काम तो मैनू खुद नूं नहीं अपना पता भी मेरा जन्म मरण की बनेगा, मैं तेरा किवें कट सकदा। मत्था ठणकिया सिख दा। उन्हें कहा तुसीं कौन हो? कहने लगा मैं बादशाह जहांगीर हाँ, मैं गुरु हरगोबिंद महाराज नहीं। वेखियो साध संगत जी, सिख दा भरोसा ते सिख दे अपनी जमीर नहीं मरन दित्ती। उन्हें टका भी चुक लिया ते घाह दी पंड भी चुक ली। ये बड़ी वड्डी बेइज्जती है। किसी दे अगों टका चुक लेना, भी बादशाह होवे, ਉਹਦੇ ਅੱਗੇ ਰੱਖੀ ਭੇਡਾ ਚੁੱਕ ਲੈਣੀ, ਇਹ ਬਹੁਤ ਵੱਡੀ ਬੇਇੱਜ਼ਤੀ ਸੀ ਬਾਦਸ਼ਾਹ ਦੀ। ਉਹਨੇ ਕਿਹਾ ਸਿੱਖਾ ਨਾ ਤੂੰ ਟਕਾ ਚੁੱਕ ਤੇ ਨਾ ਘਾਹ ਦੀ ਪੰਡ ਚੁੱਕ, ਇਹਦੇ ਬਦਲੇ ਵਿੱਚ ਜੋ ਚਾਹੀਦਾ ਮੈਂ ਤੈਨੂੰ ਦੇ ਦਿਆਂਗਾ। ਉਹਨੇ ਕਿਹਾ ਦੀਨ ਦੁਨੀਆ ਦਾ ਰਾਜ ਮੈਨੂੰ ਤੂੰ ਦੇ ਦੇਵੇਂ, ਮੈਂ ਤਾਂ ਵੀ ਇਹ ਟਕਾ ਤੇ ਘਾਹ ਦੀ ਪੰਡ ਨਹੀਂ ਰੱਖ ਸਕਦਾ। ਦੁਨੀਆ ਦਾ ਧਨ ਦੌਲਤ ਸਾਰਾ ਤੂੰ ਮੇਰੇ ਅੱਗੇ ਸੁੱਟ ਦੇਵੇਂ, ਮੈਂ ਤਾਂ ਵੀ ਇਹ ਨਹੀਂ ਰੱਖ ਸਕਦਾ, ਕਿਉਂਕਿ ਇਹ ਭੇਟਾ ਕੇਵਲ ਗੁਰੂ ਹਰਗੋਬਿੰਦ ਮਹਾਰਾਜ ਜੀ ਵਾਸਤੇ ਹੈ। ਉਹਨੇ ਕਿਹਾ ਮੈਂ ਇਹਦੇ ਬਦਲੇ 'ਚ ਮੋਹਰਾਂ ਦੇ ਦਿਆਂਗਾ। उन्हें कहा मैं एक मोहर रख के तेरे को लखा मोहरा लै लिया, ते अज तो बाद मन्निया जाएगा भी सिख ने अपनी जमीर बेच दी। मैं अपनी जमीर नहीं बेचनी। ये साखी बहुत वड्डी सिक्ख्या दिंदी है, मैं अपनी जमीर नहीं बेचनी। उन्हें कहा फिर तू चाहता की है? उन्हें कहा जो मैं चाहना तेरे को नहीं, मैं बस तेरे को आगे ही चाहना भी मैं तेरे को जाना चाहना। उन्हें घाह की पंड भी चुकी ते टका भी चक लिया। गुरु हरगोबिंद महाराज तंबू में चलिया गया। सतगुरां दे जाके दीदार कीते। मेरे साहब दे अगे को घाह की पंड ते टका भी रख दिता। महाराज तुहाडे घोड़े वास्ते घाह लिआंदा है।
महाराज टका तुहाडे वास्ते सच्चे पातशाह नूं प्रवान कर लियो। गुरु हरगोबिंद महाराज दे चरनां ते मत्था टेकिया। साहब कहंदे सिखा की चाहुंदा है? उन्हें कहा महाराज चाहुंदा की है, बस भुल हो गई सी उहदी क्षमा चाहुंदा। उन्हें कहा महाराज ने कहा भुल किहड़ी? महाराज मैं सच्चा पातशाह समझ के बादशाह कोले चले गया, झूठे बादशाह कोले। महाराज नूं सच्चा पातशाह समझ बैठा, मेरे कोल भुल हो गई। सतगुरु कहंदे अनजान पुणे च होई है, पिछले अवगुण बख्श ले प्रभ आगे मार्ग पावे। सतगुरु कहंदे ने गुरु बख्शिंद है, तेरे को अनजान पुणे च सिखा भुल हुई है, गुरु ने बख्श दिता है। सतगुरु गुरु हरगोबिंद महाराज ने सिख दे उत्ते बड़ियां रहमतां कीतियां, बड़ियां बख्शिशां कीतियां। ਇਹ ਕਿਰਪਾ ਕਰ ਦਿੱਤੀ ਜਿਹੜੀ ਆਪਾਂ ਸ਼ਬਦ ਲੈ ਕੇ ਚੱਲੇ ਆ ਨਾ ਕਿ ਆਪਣੇ ਸਤਿਗੁਰ ਕਹਿ ਬਲਿਹਾਰੈ ਆਗੇ ਸੁਖ ਪਾਸ਼ੈ ਸੁਖ ਸਹਿਜਾ ਘਰ ਆਨੰਦ ਹਮਾਰੇ। ਉਹ ਆਨੰਦ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਉਸ ਸਿੱਖ ਦੇ ਅੰਦਰ ਪੈਦਾ ਕਰ ਦਿੱਤਾ। ਸਤਿਗੁਰੂ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ। ਮੰਨਿਆ ਇਹ ਜਾਂਦਾ ਹੈ ਕਿ ਉਸ ਦਿਨ ਭਾਵੇਂ ਦੀਵਾਲੀ ਨਹੀਂ ਸੀ, ਪਰ ਉਸ ਦਿਨ ਤੇ ਦੀਪਮਾਲਾ ਕੀਤੀ ਗਈ, ਇਹ ਗੱਲ ਮੰਨੀ ਜਾਂਦੀ ਹੈ। ਕਿਉਂਕਿ ਪ੍ਰਚਲਿਤ ਗੱਲ ਇਹੀ ਹੈ ਕਿ ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਮਹਾਰਾਜ ਜਿਸ ਦਿਨ ਆਏ ਨੇ, ਉਹ ਕਹਿੰਦੇ ਦਿਨ ਦੀਵਾਲੀ ਦਾ ਨਹੀਂ ਸੀ ਜੋ ਅੱਜ ਦੀ ਖੋਜ ਇਹ ਕਹਿ ਰਹੀ ਹੈ। ਚਲੋ ਖੈਰ ਅਸੀਂ ਇਸ ਗੱਲ ਦੀ ਬਹਿਸ ਵਿੱਚ ਨਾ ਪਈਏ ਵੀ ਕੀ ਸੀ ਤੇ ਕੀ ਨਹੀਂ। ਮੈਂ ਬੇਨਤੀ ਕਰ ਰਿਹਾ, ਸ਼ੁਰੂ 'ਚ ਕਿਹਾ ਸੀ ਕਿ ਅਸੀਂ ਕੇਵਲ ਗੁਰੂ ਦੀ ਵਡਿਆਈ ਲੈਣੀ ਹੈ। ਅਸੀਂ ਇਹਨਾਂ ਚੱਕਰਾਂ 'ਚ ਨਾ ਪਈਏ ਵੀ ਕੀ ਤੇ ਕੀ ਹੈ, ਦੀਵਾ ਕਿਵੇਂ ਜਗਾਇਆ, ਕੀ ਹੋਇਆ, ਉਸ ਤੇ ਅਸੀਂ ਉਸ ਗੱਲ ਵਿੱਚ ਨਾ ਪਈਏ। ਆਪਾਂ ਇਸ ਦਿਨ ਤੇ ਵੀ ਗੁਰੂ ਦੀ ਵਡਿਆਈ ਨਾਲ ਜੁੜੇ ਆ, ਨਾ ਕਿ ਦੀਵਾਲੀ ਨਾਲ, ਨਾ ਕਿ ਦੀਵਿਆਂ ਦੀ ਰਾਤ ਨਾਲ, ਨਾ ਕਿ ਲక్ష్ਮੀ ਦੇ ਨਾਲ, ਨਾ ਕਿਸੇ ਪੂਜਾ ਦੇ ਨਾਲ। ਇਸ ਕਰਕੇ ਨਹੀਂ ਆਪਾਂ ਜੁੜੇ। ਇਹ ਮਨ 'ਚ ਭਰਮ ਕੱਢ ਕੇ ਜਾਇਓ ਜੀ। ਅਸੀਂ ਕੇਵਲ ਆਏ ਹਾਂ ਤੇ ਆਪਣੇ ਗੁਰੂ ਵਾਸਤੇ ਆਏ ਹਾਂ, ਗੁਰੂ ਦੀ ਵਡਿਆਈ, ਗੁਰੂ ਦੀ ਉਪਮਾ ਵਾਸਤੇ ਆਏ ਹਾਂ। ਅਸੀਂ ਲక్ష్ਮੀਆਂ ਵਾਸਤੇ ਨਹੀਂ ਵੀ ਅੱਜ ਦੇ ਦਿਨ 'ਚ ਪੂਜਾ ਕਰ ਲਓ ਤੇ ਲక్ష్ਮੀ ਘਰ 'ਚ ਬਹੁਤ ਆ ਜਾਏਗੀ। ਨਹੀਂ, ਸਿੱਖ ਨੂੰ ਇਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ ਹੈ। ਇਸ ਭਰਮ 'ਚੋਂ ਸਿੱਖ ਨਿਕਲ ਜਾਵੇ। ਉਹਦੇ ਵਾਸਤੇ ਸਾਰੇ ਦਿਨ ਜਿਹੜੇ ਨੇ ਉਹ ਚੰਗੇ ਨੇ। ਸਤਿਗੁਰੂ ਕਹਿੰਦੇ ਮਹਾ ਦਿਵਸ ਮਹੂਰਤ ਭਲੇ ਜਿਸ ਕੋ ਨਦਰ ਕਰੇ। ਸਾਡੇ ਵਾਸਤੇ ਸਾਰੇ ਦਿਨ ਭਲੇ ਸੁਹਾਵਣੇ ਨੇ। ਪਰ ਚਲੋ ਇਸ ਦਿਨ ਨੂੰ ਸਮੁੱਚੀ ਕੌਮ ਮਨਾਉਂਦੀ, ਆਪਾਂ ਵੀ ਮਨਾ ਰਹੇ, ਗੁਰੂ ਦੀਆਂ ਵਡਿਆਈਆਂ ਲੈ ਰਹੇ ਆ। ਜੇ ਬੰਦੇ ਉੱਥੇ ਪੱਬਾਂ ਕਲੱਬਾਂ ਵਿੱਚ ਜਾ ਕੇ ਵੀ ਮਨਾਉਣ ਤੇ ਫਿਰ ਵੀ ਤਾਂ ਮਨਾ ਤਾਂ ਲੈਣਾ ਹੀ ਹੈ। ਕੀ ਮਿਲੇਗਾ ਉੱਥੇ? ਉੱਥੇ ਸ਼ਰਾਬਾਂ ਕਬਾਬਾਂ ਪੀ ਕੇ ਆ ਜਾਣਗੇ। ਇੱਥੇ ਤਾਂ ਫਿਰ ਵੀ ਆਪਾਂ ਜੁੜੇ ਆ ਤੇ ਚਲੋ ਬਾਣੀ ਨਾਲ ਜੁੜੇ ਆ, ਗੁਰੂ ਦੇ ਸ਼ਬਦ ਨਾਲ ਜੁੜੇ ਆ। ਮੈਂ ਸ਼ਬਦ ਦੀ ਸਮਾਪਤੀ ਵਾਲੇ ਬੰਨੇ ਆ ਰਿਹਾ। ਸਾਧ ਸੰਗਤ ਜੀ, ਆਪਾਂ ਇਤਿਹਾਸ ਵੀ ਨਾਲ ਲੈ ਲਿਆ, ਨਾਲ ਆਪਾਂ ਜਿਹੜਾ ਸ਼ਬਦ ਲਿਆ ਆਪਾਂ ਉਹਦੀ ਸਮਾਪਤੀ ਕਰਨੀ ਹੈ। ਮੈਂ ਸਮਾਪਤੀ ਇਤਿਹਾਸ ਦੀ ਇੱਥੇ ਕਰ ਦਿੱਤੀ ਹੈ ਕਿ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਆਏ, ਸਿੱਖਾਂ ਅੰਦਰ ਖੁਸ਼ੀ ਦੀ ਲਹਿਰ ਪੈਦਾ ਹੋਈ। ਸਤਿਗੁਰੂ ਮਹਾਰਾਜ ਜੀ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਫਿਰ ਰੌਣਕਾਂ ਲੱਗੀਆਂ। ਜਿੱਥੇ ਜਾਏ ਬਏ ਮੇਰਾ ਸਤਿਗੁਰੂ ਸੁਲਤਾਨ ਸੁਹਾਵਾ, ਰਾਮ ਰਾਜੇ ਬਣ ਗਿਆ। ਸਾਧ ਸੰਗਤ ਜੀ, ਕਿਰਪਾ ਵਰਤੀ ਗੁਰੂ ਹਰਗੋਬਿੰਦ ਮਹਾਰਾਜ ਜੀ। ਆਓ ਸ਼ਬਦ ਨਾਲ ਜੁੜੀਏ, ਤੁਦੀ ਸਮਾਪਤੀ ਵਾਲੇ ਬੰਨੇ ਵਧੀਏ। ਸਤਿਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਆ। ਪਰ ਹਾਉ ਵਾਲੀਆਂ ਤੁਕਾਂ ਨੂੰ ਲਿਆ ਸੀ ਕਿ ਆਪਣੇ ਸਤਿਗੁਰ ਕਹਿ ਬਲਿਹਾਰੇ ਆਗੇ ਸੁਖ ਪਾਸ਼ੇ ਸੁਖ ਸਹਿਜਾ ਧਰ ਆਨੰਦ ਹਮਾਰੇ। ਤੇ ਸ਼ਬਦ ਦੀ ਸ਼ੁਰੂਆਤ ਹੁੰਦੀ ਹੈ ਗੁਰ ਪੂਰਾ ਭੇਟਿਓ ਵੱਡ ਭਾਗੀ ਮਨਹਿ ਭਇਆ ਪ੍ਰਗਾਸਾ। ਪ੍ਰਗਾਸ ਕੀ ਹੈ? ਚਾਨਣ, ਰੌਸ਼ਨੀ, ਗਿਆਨ। ਸਤਿਗੁਰੂ ਮਹਾਰਾਜ ਜੀ ਕਹਿੰਦੇ ਗੁਰਪੂਰਾ ਭੇਟਿਓ ਦਾ ਮਤਲਬ ਜਿਨ੍ਹਾਂ ਦਾ ਮਿਲਾਪ ਹੋ ਗਿਆ, ਜਿਨ੍ਹਾਂ ਆਪਣੇ ਗੁਰੂ ਨਾਲ ਮਿਲਾਪ ਬਣਾ ਲਿਆ, ਮਿਲ ਲਿਆ ਆਪਣੇ ਗੁਰੂ ਨੂੰ, ਉਹਨਾਂ ਨੇ ਵੱਡੇ ਭਾਗ ਬਣ ਗਏ। ਉਹਨਾਂ ਅੰਦਰ ਗੁਰੂ ਨੇ ਪ੍ਰਕਾਸ਼ ਕਰ ਦਿੱਤਾ, ਉਹਨਾਂ ਅੰਦਰ ਰੌਸ਼ਨੀ ਪੈਦਾ ਕਰਤੀ। ਉਹਨਾਂ ਅੰਦਰ ਸਤਿਗੁਰੂ ਮਹਾਰਾਜ ਜੀ ਨੇ ਦੀਵਾ ਬਾਲ ਦਿੱਤਾ। ਆ ਬਾਰੀ ਨਹੀਂ, ਇਹ ਤਾਂ 2-4 ਮਿੰਟ ਬਲਣਾ ਤੇ ਮੁੜ ਕੇ ਬੁੱਝ ਜਾਣਾ ਹੈ। ਉਹ ਦੀਵਾ ਬਾਲਿਆ ਜਿਹੜਾ ਦੀਵਾ ਸਤਿਗੁਰੂ ਦੀ ਬਾਣੀ ਕਹਿੰਦੀ ਪੋਥੀ ਪ੍ਰਾਣ ਕਮਾਈਐ। ਕਿਹੜਾ ਦੀਵਾ ਬਾਲਦਾ ਗੁਰੂ ਸਾਡੇ ਅੰਦਰ? ਪੋਥੀ ਪ੍ਰਾਣ ਕਮਾਈਏ ਭਉ ਵੱਟੀ ਇਤ ਤਨ ਪਾਈਏ ਸੱਚ ਬੂਝਣ ਆਨ ਜਲਾਈਏ। ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤੋਂ ਮਿਲੇ। ਅਸੀਂ ਉਹ ਦੀਵਾ ਬਾਲਣਾ ਹੈ ਆਪਣੇ ਅੰਦਰ। ਗੁਰ ਕਾ ਸ਼ਬਦ ਉਜਾਰੋ ਦੀਪਾ ਵਾਲਾ ਬਾਲਣਾ ਹੈ ਅਸੀਂ ਆਪਣੇ ਹਿਰਦੇ ਦੇ ਅੰਦਰ। ਸਭ ਕਹਿੰਦੇ ਗੁਰਪੂਰਾ ਭੇਟਿਓ ਵੱਡ ਭਾਗੀ ਮਨੈ ਭਇਆ ਪ੍ਰਗਾਸਾ। ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਦਾ ਪ੍ਰਵਾਸਾ। ਇੰਨਾ ਭਰੋਸਾ ਹੋਵੇ ਆਪਣੇ ਗੁਰੂ ਦੇ ਉੱਤੇ, ਮੇਰੇ ਗੁਰੂ ਵਰਗਾ ਕੋਈ ਹੋਰ ਨਹੀਂ। ਆਪਣੇ ਸਤਿਗੁਰ ਦਾ ਪ੍ਰਵਾਸਾ। ਸਤਿਗੁਰੂ ਮਹਾਰਾਜ ਜੀ ਅੱਗੇ ਹਾਵਲੀਆਂ ਤੁਕਾਂ ਨੇ ਕਿ ਆਪਣੇ ਸਤਿਗੁਰੂ ਕਹਿ ਬਲਿਹਾਰੇ ਆਗੇ ਸੁਖ ਪਾਛੇ ਸੁਖ ਸਹਿਜਾ ਘਰ ਆਨੰਦ ਹਮਾਰੇ। ਅਗਲਾ ਬੰਦ ਹੈ ਅੰਤਰਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ। ਮੇਰਾ ਸਤਿਗੁਰੂ ਅੰਤਰਜਾਮੀ ਹੈ, ਦਿਲਾਂ ਦੀਆਂ ਜਾਣਨ ਵਾਲਾ ਹੈ। ਅੰਤਰਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ। ਨਿਰਭਉ ਭਏ ਗੁਰ ਚਰਨੀ ਲਾਗੇ। ਆ ਹੈ ਨਿਰਭਉ ਬਣ ਜਾਣਾ ਗੁਰੂ ਚਰਨਾਂ ਨਾਲ ਜੁੜ ਕੇ। ਮੇਰੇ ਸਾਹਿਬ ਨੇ ਕਿਹਾ ਨਿਰਭਉ ਭਏ ਗੁਰ ਚਰਨੀ ਲਾਗੇ। ਇੱਕ ਰਾਮ ਨਾਮ ਆਧਾਰਾ। ਆਧਾਰ ਦਾ ਮਤਲਬ ਆਸਰਾ। ਮੈਨੂੰ ਮੇਰੇ ਗੁਰੂ ਦਾ ਇੱਕੋ ਨਾਮ ਦਾ ਆਸਰਾ ਹੈ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਅੰਤਰਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ। ਨਿਰਭਉ ਭਏ
गुर चरनी लागे एक राम नाम आधारा सफल दर्शन अकाल मूरत प्रभ है भी होमनहारा। सतगुरु महाराज कहते मेरी जिंदगी के अंदर प्रभु परमात्मा ने गुरु ने कृपा करके सफलता आ गई। क्यों कह लो मेरे अंदर गुरु ने परमात्मा प्रगट करता, मेरा उस जन्म सफल हो गया। गुरपुर है चरनी लाया हर संग सहाई पाया। भाई गुरदास की एक पौड़ी कहनी बड़ी जरूरी है गुरु की वडियाई विच। भाई गुरदास ने क्या वेखो प्यारिओ, क्योंकि अज का शब्द गुरु की उपमा ते वडियाई च चल रहा है। भाई गुरदास ने बड़े सोहने प्रमाण दे के क्या कहना कि आओ दसीए क्यों गुरु नूं वड्डा वड्डा करके सलाउने आ, तू गुरु की वडियाई करदे, क्यों अपने गुरु नूं बार बार कहने हैं कि मेरा गुरु वड्डा है, गुर जैसा ना ही को देव, क्यों कहने हैं? भाई साहब ने कुछ प्रमाण दिते ने। भाई गुरदास कहते जिवें पारस बारे मन्निया जाता कि पारस नाल 7 धातां विचों कोई ला दे सोना बन जाती है, पर वो मनूर नूं सोना नहीं बना सकता, उहदे विच औगण है। भाई साहब कहते चंदन जिहड़ा सारे बाग दे विच सुगंधी पैदा कर सकता, पर बांस ते हरिंड दे रुख विचों पैदा नहीं कर सकता। भाई गुरदास जी कहते पार जात रुख बारे मन्निया जाता भी जिहड़ा थल्ले बैठदे उहनूं सुख मिल जाते हैं, पर पार जात सिंबल रुख नूं भी फलदायक नहीं बना सकता। भाई साहब कहते मान सरोवर ते हंस जाते हैं, बगला ते कां चलिया जावे उहनूं खुराक नहीं दिंदा। भाई गुरदास जी कहते ने मेरा गुरु इस तरह का उदाहरण ले लिया बाहरी, पर गुरु की वडियाई की भाई गुरदास जी ने। वो पंक्तियां ने सतगुर पारस परसे हैं कंचन करे मनूर मलीना। मैं तां ये पौड़ी ले ली है क्योंकि इस पौड़ी विच अखीरली जिहड़ी तुक आएगी ना ਉਹਦੇ ਵਿੱਚ ਬੰਦੀ ਛੋੜ ਭਾਈ ਸਾਹਿਬ ਨੇ ਨਾਂ ਲਿਆ ਵਿੱਚ ਉਹਦਾ, ਮੈਂ ਤਾਂ ਇਸ ਪੌੜੀ ਨੂੰ ਲੈ ਲਿਆ। ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰ ਪਾਰਸ ਪਰਸਿਆ ਕੰਚਨ ਕਰੈ ਮਨੂਰ ਮਲੀਨਾ, ਸਤਿਗੁਰ ਬਾਵਨ ਚੰਦਨੋ ਵਾਸ ਸੁਵਾਸ ਕਰੈ ਲਾਖੀਣਾ, ਸਤਿਗੁਰ ਪੂਰਾ ਪਾਰ ਜਾਤ ਸਿਮਲ ਸਫਲ ਕਰੈ ਸੰਗ ਲੀਨਾ, ਮਾਨ ਸਰੋਵਰ ਸਤਿਗੁਰੂ ਕਾਗੋ ਹੰਸ ਜਲੋਂ ਦੁੱਧ ਪੀਣਾ, ਗੁਰ ਤੀਰਥ ਦਰਿਆਓ ਹੈ ਪਸ਼ੂ ਪ੍ਰੇਤ ਕਰੇ ਪਰਬੀਣਾ। ਭਾਈ ਸਾਹਿਬ ਕਹਿੰਦੇ ਨੇ सतगुर बंदी छोड़ है। की है सतगुरु? पहला उदाहरण दे दित्तियां उत्ते कि सतगुरु महाराज जी मान सरोवर भी सारिਆਂ ਨੂੰ चीज नहीं दिंदा, पर मेरा सतगुरु मान सरोवर है जितों आके बगला का वर्गी सोच वाला बंदा भी हंस बन जाता है। मेरा सतगुरु जिहड़ा मनूर वर्गिਆਂ ਨੂੰ भी कंचन बना दिंदा है। मेरा सतगुरु अफल जिहड़े लोग ने सिंबल वर्गे उन्हां अंदर फल पैदा कर दिंदा है, गुण पैदा कर दिंदा है। ते पता की कहते हैं मेरा सतगुरु वो है जिहड़ा पशु प्रेत वर्गियां नूं भी अंदर परवीना का मतलब है चतुर ते सूझवान बना दिंदा है। ते भाई साहब कहते सतगुर बंदी छोड़ है। मेरा गुरु वो बंदी छोड़ जिहड़ा बंदरां तो मुक्त किहड़ियां तो कराउंदा है, जीवन मुक्त करै ओडीना। मेरा सतगुरु जीवन मुक्त कर दिंदा है, ऐसा मेरा सतगुरु है। ते गुरमुख मन अपतीज पतीना, गुरमुख का मन इस गल ते पतीज जाता है कि मेरा गुरु ऐसा है। तो भाई सतगुरु जी का शब्द आप समाप्ति कर रहे हैं। मेरे गरीब निवास सच्चे पातशाह महाराज कहते सफल दर्शन अकाल मूरत प्रभ है भी होमनहारा। पहला भी अज भी आगाम ही रहना मेरा सतगुरु ये नहीं कदी होया ते कदी होवेगा। गुरु वास्ते शब्द नहीं टुकदा। मेरा सतगुरु है हुण भी पहला भी आगाम ही रहना है, जुगो जुग अटल रहना मेरे सतगुरु ने। मेरे साहब जी कहते सफल दर्शन अकाल मूर्त प्रभ है भी होमनहारा, कंठ लगाए अपने जन राखे अपनी प्रीत प्यारा। इन्ना प्यार करदा गले ते कंठ ला के रखदा गुरु अपने सेवक जनां नूं। अखीर वे सतगुरु महाराज जी कहते ने वड्डी वडियाई की है वदी वडियाई जिहड़ी गुरु हरगोबिंद महाराज जी की ग्वालियर के किले चों 52 राजे नूं कैद करवा लेना, 102 ਜਾਂ 3 नूं इन्हां नूं रिहा करवा लेना। आही तां मेरे गुरु की आश्चर्यता है। वड्डी वडियाई आचर्य शोभा कारज। आचर्य शोभा की हुंदी है? जिहदे वर्गा पहला कदे होया ना होवे वो गुरु करके विखा देवे। अज तक संसार च पहला होया भी नहीं सी कदी कि कोई बंदी राजे बने होण ते गुरु जाके छुड़वा लिया वे। ठीक है, गुरु नानक साहब महाराज जी बाबर की कैद में गए, मैं उस गल तो मुनकर नहीं। सतगुरु ने भी उस दिन ते रिहा करवाए सन कैदी, पर गुरु घर की वडियाई चलती। मैं दूजी गल करदा कि संसार अंदर कोई उदाहरण गुरु घर की उदाहरण तो बिना कोई उदाहरण नहीं तुहानूं कितों मिलेगी। यह है वड्डी वडियाई। वड्डी वडियाई आचर्य शोभा कारज आया रासे, नानक को गुरपूरा भेटियो। पहला तुकां विच भी आया गुरपूरा भेटियो वडभागी, अखीरली तुक विच भी आया नानक तो
ਗੁਰਪੂਰਾ ਭੇਟਿਓ। ਕੀ ਹੋਏਗਾ ਮਹਾਰਾਜ ਗੁਰੂ ਦੇ ਮਿਲਾਪ ਨਾਲ? ਸਗਲੇ ਦੁੱਖ ਬਿਨਾਸੇ, ਅੰਦਰੋਂ ਦੁੱਖ ਚਲੇ ਜਾਣਗੇ। ਜਿਹੜੀ ਰਹਾਉ ਵਾਲੀ ਤੋਂ ਕਹਿੰਦੀ ਹੈ ਨਾ ਕਿ ਆਗਿਆ ਸੁਖ ਪਾਸ਼ਾ ਸੁਖ, ਉਹ ਸੁਖ ਗੁਰੂ ਬਣਾਏਗਾ, ਹੋਰ ਕਿਤੋਂ ਨਹੀਂ ਬਣਨਾ। ਸਾਹਿਬ ਜੀ ਕਹਿੰਦੇ ਨੇ ਮੇਰੇ ਗੁਰੂ ਦੀ ਅਚਰਜ ਵਡਿਆਈ ਇਹ ਹੈ ਕਿ ਉਹਨੇ ਕਿਰਪਾ ਕਰਦੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ। ਜੇ ਦੁੱਖਾਂ ਤੋਂ ਛੁਟਕਾਰਾ ਚਾਹੁੰਦੇ ਆ ਤੇ ਗੁਰੂ ਦੇ ਚਰਨਾਂ ਨਾਲ ਜੁੜਨਾ ਪਏਗਾ, ਗੁਰੂ ਕੀ ਬਾਣੀ ਨਾਲ ਜੁੜਨਾ ਪਏਗਾ, ਗੁਰੂ ਗ੍ਰੰਥ ਸਾਹਿਬ ਤੇ ਅਟਲ ਵਿਸ਼ਵਾਸ ਤੇ ਭਰੋਸਾ ਰੱਖਣਾ ਪਏਗਾ। ਜਿਹੜਾ ਗੁਰੂ ਆਪਣੇ ਗੁਰੂ ਦੇ ਤੇ ਅਟਲ ਭਰੋਸਾ ਵਿਸ਼ਵਾਸ ਸ਼ਰਧਾ ਰੱਖਦਾ ਹੈ ਉਹ ਸਾਧ ਸੰਗਤ ਜੀ ਦਿਨਾਂ ਨਾਲ ਨਹੀਂ ਜੁੜਿਆ ਹੁੰਦਾ। ਉਹਦੇ ਵਾਸਤੇ ਸਭ ਦਿਨ ਸੁਹਾਵਣੇ ਨੇ। ਉਹ ਨਾ ਹੀ ਕਿਸੇ ਲక్ష్ਮੀ ਦੀ ਪੂਜਾ ਤੇ ਨਾ ਕਿਸੇ ਕਰਮਕਾਂਡ ਦੀ ਪੂਜਾ ਕਰਦਾ ਹੈ, ਉਹ ਆਪਣੇ ਗੁਰੂ ਦੀ ਪੂਜਾ ਕਰਦਾ ਹੈ। ਉਹ ਆਪਣੇ ਗੁਰੂ ਨਾਲ ਜੁੜਿਆ। ਅਸੀਂ ਆਏ ਹਾਂ ਆਪਣੇ ਗੁਰੂ ਵਾਸਤੇ ਆਏ ਹਾਂ, ਗੁਰੂ ਦੀ ਵਡਿਆਈ ਦੀ ਉਪਮਾ ਵਾਸਤੇ ਆਏ ਹਾਂ। ਸਤਿਗੁਰੂ ਕਿਰਪਾ ਕਰੇ ਜਿਤਨੇ ਵੀ ਤੁਸੀਂ ਆਏ ਹੋ, ਸਤਿਗੁਰੂ ਸਾਰਿਆਂ ਦੀ ਝੋਲੀ ਵਿੱਚ ਨਾਮ ਦੀ ਦਾਤ ਪਾਉਣ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ, ਚੜ੍ਹਦੀਆਂ ਕਲਾ ਵਾਲਾ ਸਤਿਗੁਰੂ ਸਾਨੂੰ ਸਭ ਨੂੰ ਜੀਵਨ ਬਖਸ਼ਿਸ਼ ਕਰਨ। ਵਿਚਾਰ ਕਰਦੇ ਹਾਂ ਸਾਧ ਸੰਗਤ ਜੀ ਬੇਅੰਤ ਭੁੱਲਾਂ ਹੋ ਗਈਆਂ, ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣ ਯੋਗ ਹੈ। ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ। ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖਿਮਾ ਦਿੰਦੇ ਪਿਆਰ ਸਹਿਤ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।